ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਸਨਮਾਨਯੋਗ ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਜੁੜ ਬੈਠੇ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਇਸ ਕਲਾਸ ਵਿੱਚ ਜੀ ਆਇਆਂ। ਓੰਕਾਰ ਬਾਣੀ ਦੀ ਲੜੀਵਾਰ ਵਿਚਾਰ ਅਸੀਂ ਕਰ ਰਹੇ ਹਾਂ ਕਿ ਬਾਣੀ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਰਾਮਕਲੀ ਦੱਖਣੀ ਦਾ ਸਿਰਲੇਖ ਹੈ। ਰਾਮਕਲੀ ਰਾਗ ਵਿੱਚ ਪਾਤਸ਼ਾਹ ਜੀ ਨੇ ਇਹ ਬਾਣੀ ਨੂੰ ਉਚਾਰਨ ਕੀਤਾ ਹੈ। ਇਸ ਦੀ 27 ਪੌੜੀਆਂ ਦੀ ਵਿਚਾਰ ਅਸੀਂ ਪਹਿਲਾਂ ਕਰ ਚੁੱਕੇ ਹਾਂ। ਕੱਲ ਜੋ ਵਿਚਾਰ ਅਸੀਂ ਕੀਤੀ ਸੀ, ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਸ ਵਿਚਾਰ ਦੀਆਂ ਆਖਰੀ ਪੰਕਤੀਆਂ ਦੇ ਵਿੱਚ ਜੋ ਸਿਧਾਂਤ ਦਿੱਤਾ, ਉਸ ਸਿਧਾਂਤ ਦੇ ਅੱਗੇ ਅੱਜ ਹੋਰ ਉਸ ਨੂੰ ਤੋਰਿਆ ਹੈ। ਉਹ ਹੈ ਗੁਰੂ ਦੀ ਕਰਨੀ, ਭਾਵ ਗੁਰੂ ਦਾ ਹੁਕਮ। ਗੁਰੂ ਪਾਤਸ਼ਾਹ ਜੀ ਨੇ ਜਿਹੜਾ ਸਿਧਾਂਤ ਸਾਨੂੰ ਦਿੱਤਾ ਕਿ ਭਾਈ ਉਹ ਕਾਰ ਕਰੀਏ ਜੋ ਕਾਰ ਗੁਰੂ ਨੇ ਦੱਸੀ ਹੈ। ਸਤਿਗੁਰ ਦੀ ਦੱਸੀ ਇਸ ਕਾਰ ਤੋਂ ਕਿਉਂ ਭੱਜੀਏ, ਕਿਉਂ ਦੌੜੀਏ, ਕਿਉਂ ਛੱਡੀਏ, ਕਿਉਂ ਤਿਆਗੀਏ ਇਸ ਨੂੰ। ਗੁਰ ਕੀ ਕਰਨੀ ਕਾਹੇ ਧਾਵੋ, ਕਿਉਂ ਛੱਡੀਏ। ਗੁਰੂ ਦੇ ਉਪਦੇਸ਼ ਨੂੰ ਹਿਰਦੇ ਥਾਂ ਕਿਉਂ ਨਾ ਦਈਏ। ਜਿਹੜੇ ਸਤਿਗੁਰ ਦੀ ਸਿੱਖਿਆ ਲੈ ਕੇ ਅਸੀਂ ਉਸ ਅਕਾਲ ਪੁਰਖ ਵਿੱਚ ਅਭੇਦ ਹੋ ਸਕਦੇ ਹਾਂ, ਲੀਨ ਹੋ ਸਕਦੇ ਹਾਂ, ਫਿਰ ਉਸ ਅਕਾਲ ਪੁਰਖ ਦੀ ਉਸ ਗੁਰੂ ਦੀ ਸਿੱਖਿਆ ਨੂੰ ਕਿਉਂ ਆਪਣੇ ਜੀਵਨ ਥਾਂ ਨਹੀਂ ਦਈਏ। ਇਸ ਵਾਸਤੇ ਇਹ ਪਾਂਡੇ ਆਪਣੇ ਮਨ ਦੀ ਪੱਟੀ ਤੇ ਗੋਪਾਲ ਦਾ ਨਾਮ ਲਿਖ, ਕਿਉਂਕਿ ਉਹ ਪ੍ਰਭੂ ਆਪ ਹੀ ਸਤਿਗੁਰੂ ਗੁਰੂ ਦੇ ਰੂਪ ਵਿੱਚ ਆ ਕੇ ਗਿਆਨ ਉਚਾਰਦਾ ਹੈ, ਗਿਆਨ ਨੂੰ ਸੁਣਦਾ ਹੈ, ਗਿਆਨ ਨੂੰ ਸਮਝਦਾ ਹੈ। ਤੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਸਤਿਗੁਰੂ ਦਾ ਦੱਸਿਆ ਹੋਇਆ ਇਹ ਗਿਆਨ ਵਸ ਜਾਂਦਾ ਹੈ, ਉਹ ਮਨੁੱਖ ਪਵਿੱਤਰ ਤੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ। ਉਹਨਾਂ ਨੂੰ ਫਿਰ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ।
ਪਰਮੇਸ਼ਰ ਨਾਲ ਉਹਨਾਂ ਦੀ ਪ੍ਰੀਤ ਬਣ ਜਾਂਦੀ ਹੈ। ਗੁਰੂ ਤਾਂ ਇੱਕ ਸਮੁੰਦਰ ਹੈ ਜਿਹਦੇ ਵਿੱਚ ਉਸ ਗੋਪਾਲ ਦੇ ਗੁਣਾਂ ਦੀ ਰਤਨ ਹੀ ਰਤਨ ਭਰੇ ਹੋਏ ਹਨ। ਇਹ ਐਸਾ ਸਰੀਰ ਰੂਪੀ ਸਾਗਰ ਹੈ ਜਿਸ ਵਿੱਚ ਜੀਵਨ ਦੀ ਜਾਂਚ ਹੈ। ਇਹ ਰਤਨਾ ਰੂਪੀ ਜੀਵਨ ਦਾ ਢੰਗ ਦੱਸਿਆ ਗਿਆ ਹੈ। ਇਹ ਜਿਹੜਾ ਵੀ ਮਨੁੱਖ ਉਸ ਪਰਮੇਸ਼ਰ ਦੇ ਹੁਕਮ ਨੂੰ ਮੰਨ ਕੇ ਉਹਨਾਂ ਦੇ ਗੁਣਾਂ ਨੂੰ ਧਾਰਨ ਕਰਕੇ ਇਹਨਾਂ ਹੀਰੇ ਰਤਨ ਜਵਾਹਰ ਲਾਲਾਂ ਦਾ ਵਪਾਰ ਕਰਦਾ ਹੈ, ਉਹ ਸੁਰਖਰੂ ਹੋ ਕੇ ਜਾਂਦਾ ਹੈ। ਇਸ ਵਾਸਤੇ ਗੁਰੂ ਦੇ ਹੁਕਮ ਰੂਪੀ ਇਹਨਾਂ ਰਤਨਾਂ ਨੂੰ ਨਾ ਛੱਡੀਏ ਤੇ ਜੋ ਗੁਰੂ ਕਹਿੰਦਾ ਹੈ ਉਹ ਕਾਰ ਕਮਾਈਏ। ਗੁਰੂ ਕਹੇ ਸੋ ਕਾਰ ਕਮਾਏ ਜੀ ਉਹਦੀ ਗੱਲ ਤਰਫ ਵਿਚਾਰ ਕੀਤੀ ਸੀ। ਪਰ ਹੁਣ ਨਾਲ ਅੱਗੇ ਬੜਾ ਇੱਕ ਕਮਾਲ ਦਾ ਸਿਧਾਂਤ ਅੱਜ ਗੁਰੂ ਪਾਤਸ਼ਾਹ ਜੀ ਨੇ ਦੱਸਿਆ ਹੈ ਅਗਲੀ ਪੌੜੀ ਵਿੱਚ, ਜਿਹੜੀ ਅੱਜ ਦੀ ਪੌੜੀ ਹੈ। ਟੂਟੇ ਨੇਹ ਇਹ ਬੋਲੇ ਸਹੀ, ਟੂਟੇ ਬਾਂਹ ਦੋਹੋਂ ਦਿਸ਼ ਗਈ, ਟੂਟ ਪ੍ਰੀਤ ਗਈ ਬੁਰ ਬੋਲ, ਦੁਰਮਤ ਪਰਹਰ ਛਾਡੀ ਢੋਲ, ਟੂਟੈ ਗੰਢ ਪੜੈ ਵਿਚਾਰ, ਗੁਰ ਸ਼ਬਦੀ ਘਰ ਕਾਜ ਸਾਰ, ਲਾਹਾ ਸਾਚ ਨ ਆਵੈ ਟੋਟਾ, ਤ੍ਰ ਭਵਨ ਠਾਕੁਰ ਪ੍ਰੀਤਮ ਮੋਟਾ, ਲਾਹਾ ਸਾਚ ਨਾ ਆਵੈ ਟੋਟਾ, ਤ੍ਰ ਭਵਨ ਠਾਕੁਰ ਪ੍ਰੀਤਮ ਮੋਟਾ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅੱਜ ਦੇ ਇਹਨਾਂ ਪਾਵਨ ਬਚਨਾਂ ਰਾਹੀਂ ਸਮਝਾਉਂਦੇ ਹਨ। ਟੂਟੇ ਦਾ ਅਰਥ ਹੁੰਦਾ ਟੁੱਟ ਜਾਣਾ, ਤੇ ਨੇਹ ਦਾ ਅਰਥ ਹੈ ਪਿਆਰ, ਕੇ ਦਾ ਅਰਥ ਹੈ ਜੇ, ਬੋਲੇ ਜੇ ਮੂੰਹ ਤੋਂ ਬੋਲੀਏ ਤੇ ਮੂੰਹ ਤੋਂ ਕਹੀਏ, ਬੋਲਣੇ ਦਾ ਅਰਥ ਬੋਲਣਾ। ਸਹੀ ਦਾ ਅਰਥ ਇੱਥੇ ਦਰਪਣ ਵਿੱਚ ਇਹਨੂੰ ਸਾਹਮਣੇ ਕੀਤੇ ਹਨ। ਵਿਦਵਾਨਾਂ ਵਿੱਚ ਸਹੀ ਲਫ਼ਜ਼ ਦੇ ਇਸ ਅਰਥ ਬਾਰੇ ਔਰ ਇਸ ਪੰਕਤੀ ਦੇ ਅਰਥਾਂ ਬਾਰੇ ਵੀ ਮਤਭੇਦ ਹਨ। ਜੋ ਦਰਪਣ ਵਿੱਚ ਅਰਥ ਕੀਤੇ ਹਨ, ਸਹੀ ਦਾ ਅਰਥ ਠੀਕ, ਅਸੀਂ ਆਮ ਲਫ਼ਜ਼ ਬੋਲੀ 'ਚ ਵਰਤਦੇ ਹਾਂ, ਇਹ ਗੱਲ ਸਹੀ ਹੈ। ਸਹੀ ਦਾ ਅਰਥ ਹੋਇਆ ਠੀਕ ਹੈ। ਕਹਿੰਦੇ ਠੀਕ ਗੱਲ ਵੀ ਜੇ ਕਿਸੇ ਦੇ ਮੂੰਹ ਤੇ ਠਾ ਕਰਕੇ ਮਾਰ ਦਿੱਤੀ ਜਾਏ ਤਾਂ ਉਹਦੇ ਨਾਲ ਨੇਹ ਟੁੱਟ ਜਾਂਦਾ ਹੈ, ਬਣਿਆ ਹੋਇਆ ਸੰਬੰਧ ਖਤਮ ਹੋ ਜਾਂਦਾ ਹੈ। ਮਤਲਬ ਸੱਚ ਕੋਈ ਸੁਣਨ ਨੂੰ ਤਿਆਰ ਨਹੀਂ ਹੁੰਦਾ। ਸੱਚ ਧਰਮ ਦੀ ਦੁਨੀਆ ਵਿੱਚ ਵੀ ਨਹੀਂ ਸੁਣਿਆ ਜਾਂਦਾ, ਸੱਚ ਧਰਮ ਅਸਥਾਨਾਂ ਤੇ ਵੀ ਨਹੀਂ ਸੁਣਿਆ ਜਾਂਦਾ ਜੋ ਹਾਲਾਤ ਹੈ। ਸੱਚ ਧਰਮ ਅਸਥਾਨਾਂ ਤੇ ਉੱਤੋਂ ਵੀ ਬੋਲਿਆ ਨਹੀਂ ਜਾਂਦਾ, ਤੇ ਸੱਚ ਅਗਰ ਸਾਹਮਣੇ ਬੋਲਿਆ ਜਾਵੇ ਜੋ ਇਸ ਦਰਪਣ ਦੇ ਅਰਥ ਹਨ ਉਹ ਇਸ ਮੁਤਾਬਕ ਹਨ ਵੀ ਕਿਸੇ ਨੂੰ ਸਾਹਮਣੇ ਲਾ ਕੇ ਗੱਲ ਕਰਨ ਦੇ ਨਾਲ ਪਿਆਰ ਟੁੱਟ ਜਾਂਦਾ ਹੈ। ਸਹੀ ਦਾ ਅਰਥ ਸਾਹਮਣੇ ਵੀ ਕੀਤੇ ਹਨ, ਸਹੀ ਦਾ ਅਰਥ ਠੀਕ ਵੀ ਕੀਤੇ ਹਨ। ਜਦੋਂ ਵੱਖਰੇ ਵੱਖਰੇ ਟੀਕੇ ਅਸੀਂ ਪੜ੍ਹਦੇ ਹਾਂ, ਵੱਖਰੇ ਵੱਖਰੇ ਸਟੀਕ ਨੂੰ ਦੇਖਦੇ ਹਾਂ, ਤਾਂ ਇਹਦੇ ਅਰਥਾਂ ਦੇ ਵਿੱਚ ਕਾਫੀ ਜ਼ਿਆਦਾ ਅੰਤਰ ਜਿਹਾ ਨਜ਼ਰ ਆਉਂਦਾ ਹੈ।
ਫਰੀਦਕੋਟੀ ਸਟੀਕ ਜੋ ਪੁਰਾਣਾ ਸਟੀਕ ਮੰਨਿਆ ਜਾਂਦਾ ਹੈ, ਉਹਦੇ 'ਚ ਇਹ ਲਿਖਿਆ ਹੋਇਆ, परस्पर जो प्रेम है खोटे वचन बोलने से, सही निश्चय करने से प्रेम टूट जाता है। जो ਉਹਦੇ 'ਚ ਲਫ਼ਜ਼ ਲਿਖੇ ਨੇ, ਮੈਂ ਇਹਨਾਂ ਉਹੀ ਆਪ ਜੀ ਦੇ ਨਾਲ ਸਾਂਝੇ ਕਰ ਰਿਹਾ ਹਾਂ। ਇੱਕ ਗਿਆਨੀ ਬਿਸ਼ਨ ਸਿੰਘ ਜੀ ਨੇ ਸਟੀਕ ਕੀਤਾ ਹੈ, ਉਹਦੇ 'ਚ ਉਹਨਾਂ ਨੇ ਲਿਖਿਆ, जब इसकी परमेश्वर को साथ तो प्रीत घटी तब ये सच क्यों कर बोले। ਫਿਰ ਸੱਚ ਨਹੀਂ ਬੋਲਦਾ ਜਦੋਂ ਪ੍ਰੀਤ ਟੁੱਟ ਜਾਂਦੀ ਹੈ। ਤੇ ਜਦੋਂ ਇੱਕ ਨਰੋਤਮ ਸਿੰਘ ਜੀ ਨੇ ਇੱਕ ਸਟੀਕ ਲਿਖਿਆ, ਉਹਦੇ ਅਰਥ ਕੀਤੇ ਨੇ, ਉਹਦੇ ਤੋਂ ਲਿਖਦੇ ਨੇ ਵੀ ਟੁੱਟ ਜਾਵੇਗਾ ਪ੍ਰੇਮ ਜਦ ਬੋਲੇਗਾ ਗੁਰ ਕੇ ਸਾਹਮਣੇ। ਗੱਲ ਬੜੀ ਪਿਆਰ ਦੀ ਹੈ, ਟੁੱਟ ਜਾਵੇਗਾ ਪ੍ਰੇਮ ਜਦ ਬੋਲੇਗਾ ਗੁਰ ਕੇ ਸਾਹਮਣੇ। ਇਹ ਜਿਹੜਾ ਸਟੀਕ ਹੈ, ਇਹ ਨਰੋਤਮ ਸਿੰਘ ਜੀ ਨੇ ਇਹਦੇ ਅਰਥ ਇਸ ਢੰਗ ਦੇ ਨਾਲ ਕੀਤੇ ਹਨ। ਹੋਰ ਅਰਥ ਸਾਨੂੰ ਮਿਲਦੇ ਨੇ, ਕਬੂਲ ਸੇ ਵਾਕਿਆ ਕਰਕੇ ਬੋਲਦਾ ਹੈ, ਟੂਟੇ ਨੇ ਕਿ ਕਬੂਲੇ ਸਹੀ ਕਿ ਬੋਲੇ ਸਹੀ। ਇਹ ਅਰਥ ਠੀਕ ਨਹੀਂ ਬਣਦੇ ਕਿਉਂਕਿ ਇਹ ਲਫ਼ਜ਼ ਵੱਖਰਾ ਹੈ। ਇਹਦਾ ਨਿਰਣਾ ਅਸੀਂ ਇੱਥੇ ਹੀ ਕਰ ਲੈਂਦੇ ਹਾਂ। ਦਰਪਣ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੇ ਹੈ ਕਿ ਸਾਹਮਣੇ ਬੋਲਣ ਨਾਲ ਨੇਹ ਟੁੱਟ ਜਾਂਦਾ ਹੈ, ਭਾਵ ਹੁਕਮ ਮੰਨਣ ਵਿੱਚ ਹੀ ਸੁੱਖ ਹੈ। ਭਾਵ ਅਰਥ ਇਹਦੇ ਇਹੋ ਹੀ ਨਿਕਲਦੇ ਹਨ। ਤੇ ਜਿਹੜਾ ਗੁਰਬਾਣੀ ਪਾਠ ਦਰਸ਼ਨ ਹੈ, ਉਹਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਗੁਰਬਾਣੀ ਪਾਠ ਦਰਸ਼ਨ ਦੇ ਵਿੱਚ, ਤਾਂ ਉੱਥੇ ਜੋ ਸਹੀ ਸਖੀ ਸਹੀ ਨਿਸ਼ਚੈ ਕਰਕੇ ਪਤੀ ਦੇ ਸਹੀ ਸਾਹਮਣੇ ਬੋਲਦੀ ਹੈ, ਉਸਦਾ ਨੇਹ ਪ੍ਰੇਮ ਟੁੱਟ ਜਾਂਦਾ ਹੈ। ਤੋ ਪੰਜਾਬੀ ਦੇ ਕੋਸ਼ ਵਿੱਚ ਸਹੀ ਪਦ ਦੇ ਅਰਥ ਜਿਹੜੇ ਹਨ ਉਹ ਵੱਖ-ਵੱਖ ਕੀਤੇ ਗਏ ਹਨ। ਸਹੀ ਸਹੇਲੀ ਲਈ ਵੀ ਵਰਤਿਆ ਗਿਆ, ਸਖੀਆਂ ਵਿੱਚ ਫਿਰੇ ਸੁਹੇਲੀ, ਸਹੀਆਂ ਵਿੱਚ ਫਿਰੇ ਸੁਹੇਲੀ। ਇੱਥੇ ਸਹੀਆਂ ਦਾ ਮਤਲਬ ਸਹੇਲੀ ਲਈ ਲਫ਼ਜ਼ ਵੀ ਵਰਤਿਆ ਗਿਆ ਹੈ। ਸੋਈ ਸਹੀ ਸੰਦੇਹ ਨਿਵਾਰੇ, ਇਹ ਗੌੜੀ 52 ਅੱਖਰੀ ਵਿੱਚ ਭਗਤ ਕਬੀਰ ਜੀ ਨੇ ਇਸ ਸਹੀ ਲਫ਼ਜ਼ ਨੂੰ ਇਸਤੇਮਾਲ ਕੀਤਾ ਹੈ। ਫਿਰ ਸਹੀ ਦਾ ਅਰਥ ਸਿੱਧਾ ਵੀ ਕੀਤਾ ਹੈ, ਸਹੀ ਦਾ ਅਰਥ ਬਿਨਾਂ ਨਿਸ਼ਚੇ ਤੋਂ ਵੀ ਕੀਤਾ ਹੈ, ਭਰੋਸਾ ਕਰਕੇ ਵੀ ਕੀਤਾ ਹੈ। ਗੌੜੀ 52 ਕਬੀਰ ਜੀ ਦੇ ਵਿੱਚ ਇੱਕ ਹੋਰ ਲਫ਼ਜ਼ ਹੈ, ਤੋ ਸਹੀ ਲਖੇ ਜੋ ਕੋਈ, ਉਹ ਹੈ ਤਾਂ ਹੈ, ਜੇ ਕੋਈ ਵੇਖ ਲਵੇ ਤਾਂ ਹੀ ਹੈ ਨਾ। ਹੈ ਤਾਂ ਸਹੀ ਵੀ ਉਹ ਹੈ, ਉਹਦੀ ਹੋਂਦ ਹੈ। ਉੱਥੇ ਸਹੀ ਲਫ਼ਜ਼ ਨੂੰ ਇਹਦੇ ਕਰਕੇ ਵਰਤਿਆ ਗਿਆ, ਇਸ ਢੰਗ ਦੇ ਨਾਲ ਵਰਤਿਆ ਗਿਆ ਹੈ। ਸਪੈਲਿੰਗ ਇੱਕੋ ਹੀ ਹਰ ਸਾਰੇ, ਸੱਸਾ ਤੇ ਹਾਹੇ ਨੂੰ ਬਿਹਾਰੀ ਸਹੀ। ਇਹਦੇ ਸਪੈਲਿੰਗ ਦੇ ਵਿੱਚ ਸ਼ਬਦ ਜੋੜ ਵਿੱਚ ਕੋਈ ਫਰਕ ਨਹੀਂ ਹੈ, ਨਾ ਹੀ ਸ਼ਬਦ ਲਿਖਣ ਦੇ ਵਿੱਚ ਕੋਈ ਫਰਕ ਹੈ। ਤੋ ਇੱਕ ਸ਼ਬਦ ਹੋਰ ਆਉਂਦਾ ਹੈ, ਸੁਣਿਆ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ। ਉਹ ਉੱਥੇ ਲਫ਼ਜ਼ ਸੁਣਿਆ ਸਿੱਖ ਸਹੀ, ਉੱਥੇ ਸਹੀ ਦਾ ਅਰਥ ਜਿਹੜਾ ਹੈ ਉਹ ਸਹੀ ਠੀਕ ਹੈ। ਸਖੀ ਇੱਕ ਸਿੱਖਿਆ ਸੁਣੋ, ਉੱਥੇ ਵੀ ਅਰਥ ਇਹੀ ਕੀਤੇ ਨੇ। ਇਹ ਰਾਮਤਰੀ ਦੀ ਵਾਰ ਦੇ ਵਿੱਚ ਆਉਂਦਾ ਹੈ, ਜਿੰਨੀ ਚੱਲਣ ਸਹੀ ਜਾਣੀਆਂ। ਇਹ ਬੜਹੰਸ ਰਾਗ ਦਾ ਵਿੱਚ ਇੱਕ ਸ਼ਬਦ ਆਉਂਦਾ ਹੈ, ਜਿਨ੍ਹਾਂ ਨੇ ਠੀਕ ਆਪਣਾ ਚੱਲਣ ਦਾ ਸਮਝ ਲਿਆ ਵੀ ਅਸੀਂ ਜਾਣਾ ਹੈ, ਜਿਨ੍ਹਾਂ ਨੂੰ ਇਹ ਗੱਲ ਸਮਝ ਆ ਗਈ, ਤੇ ਉੱਥੇ ਹੈ। ਫਿਰ ਇੱਕ ਥਾਂ ਤੇ ਹੁੰਦਾ ਭਜਨ ਰਾਮ ਕੋ ਸਹੀ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਹੈ, ਸੋਠ ਰਾਗ ਦੇ ਵਿੱਚ ਆਉਂਦਾ ਭਜਨ ਰਾਮ ਕੋ ਸਹੀ। ਤੋ ਸਹੀ ਦੀ ਵਰਤੋਂ ਉੱਥੇ ਵੀ ਜਿਹੜੀ ਕੀਤੀ ਗਈ ਹੈ। ਫਿਰ ਮਿਲ ਸਾਧੇ ਕੀਨੋ ਸਹੀ, ਵੀ ਸਤ ਸੰਗੀਆਂ ਨੂੰ ਮਿਲ ਕੇ ਆਪਣੇ ਜੀਵਨ ਨੂੰ ਸਹੀ ਕਰ ਲਿਆ, ਠੀਕ ਕਰ ਲਿਆ। ਫਿਰ ਅੱਗੇ ਕਿਤੇ ਦਸਤਖਤ ਦੇ ਉੱਤੇ ਵੀ ਜਿੱਥੇ ਸਹੀ ਪਾਉਣਾ ਅਸੀਂ ਲਿਖ ਦਿੰਦੇ ਹਾਂ ਵੀ ਸਹੀ। ਜਦੋਂ ਅੱਜ ਕੋਈ ਚਿੱਠੀ ਲਿਖੀ ਜਾਂਦੀ ਜਾਂ ਥੱਲੇ ਲਿਖਿਆ ਹੁੰਦਾ ਸਹੀ, ਉਹਦਾ ਅਰਥ ਹੁੰਦਾ ਦਸਤਖਤ ਕਰਨਾ, ਦਸਤਖਤ ਕਰਨੇ। ਉੱਥੇ ਲਿਖਿਆ ਹੁੰਦਾ ਗੁਰੂ ਤੇ ਨਾ ਸਹੀ ਪਵਾਈ, ਵੀ ਗੁਰੂ ਤੋਂ ਦਸਤਖਤ ਹੀ ਨਹੀਂ ਕਰਾਏ, ਗੁਰੂ ਤੋਂ ਮਨਜ਼ੂਰੀ ਨਹੀਂ ਲਈ, ਕੰਮ ਤਾਂ ਕਰ ਲਿਆ। ਗੱਲ ਸਹੀ ਇੱਕ ਨੂੰ ਹਿਸਾਬ ਦੀ ਜਿਹੜੀ ਅਸੀਂ ਜਿਹਨੂੰ ਅਸੀਂ ਅਕਾਊਂਟਸ ਕਹਿੰਦੇ ਆ, ਉਹਨੂੰ ਵੀ ਇਹ ਵਹੀ ਤੇ ਸਹੀ ਲਫ਼ਜ਼ ਉੱਥੇ ਵੀ ਵਰਤਿਆ ਜਾਂਦਾ ਹੈ। ਤੋ ਇੱਥੇ ਆਮ ਬੋਲਚਾਲ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ ਇਸ ਮਾਮਲੇ ਬਾਰੇ ਕੋਈ ਗੱਲ ਕਹੇ ਤਾਂ ਅਸੀਂ ਕਹਿੰਦੇ ਸਹੀ ਹੈ। ਅਸੀਂ ਆਮ ਕਹਿੰਦੇ ਦੇਖੇ ਤਾਂ ਸਹੀ, ਅਸੀਂ ਇਹਨੂੰ ਕਿਵੇਂ ਮਜ਼ਾ ਚਖਾਉਂਦੇ ਹਾਂ,
ਇਹਨੇ ਗੱਲ ਕੀਤੀ ਹੈ ਨਾ। ਹੁਣ ਇੱਥੇ ਸਹੀ ਦਾ ਅਰਥ ਸਾਹਮਣੇ ਨਹੀਂ ਹੈ, ਨਾ ਹੀ ਸਹੀ ਦਾ ਅਰਥ ਸਾਹਮਣੇ ਹੈ। ਇਹ ਆਮ ਲਫ਼ਜ਼ ਵਰਤਿਆ ਜਾਂਦਾ ਸੀ ਵੀ ਦੇਖੇ ਤਾਂ ਸਹੀ ਉਹ ਕਿਵੇਂ ਹੁੰਦਾ। ਫਿਰ ਅਸੀਂ ਆਪਣੀ ਬੋਲੀ ਦੇ ਵਿੱਚ ਲਫ਼ਜ਼ ਬੋਲ ਰਹੇ ਹਾਂ, ਜਿਹੜੇ ਲਫ਼ਜ਼ ਇਹ ਸਹੀ ਦੀ ਮੈਂ ਗੱਲ ਸਿਰਫ ਕਰਨੀ ਚਾਹੁੰਦਾ ਵੀ ਇਹ ਸਹੀ ਲਫ਼ਜ਼ ਦੇ ਵਿੱਚ ਇਹ ਜਿਹੜਾ ਕਾਫੀ ਜ਼ਿਆਦਾ ਵਿਦਵਾਨਾਂ ਦਾ ਆਪੋ ਦੇ ਵਿੱਚ ਫਰਕ ਆਉਂਦਾ ਹੈ। ਆਪਾਂ ਰਿਜ਼ਲਟ ਵਾਲੇ ਪਾਸੇ ਚੱਲੀਏ। ਰਿਜ਼ਲਟ ਕੀ ਹੈ? ਰਿਜ਼ਲਟ ਕੀ ਹੈ? ਸਾਰੇ ਸ਼ਬਦ ਦੀ ਜਦੋਂ ਅਸੀਂ ਬੰਤਰ ਨੂੰ ਦੇਖਦੇ ਹਾਂ, ਇਸ ਸ਼ਬਦ ਦੀ ਬੰਤਰ ਵੱਲ ਨੂੰ ਦੇਖਦੇ ਹਾਂ, ਤਾਂ ਇੱਥੇ ਦੋ ਰੁਖੀ ਜੀ ਚਾਲ ਦੀ ਗੱਲ ਕੀਤੀ ਗਈ ਹੈ, ਦੁਬਦਾ ਦੀ ਗੱਲ ਜੀ ਕੀਤੀ ਗਈ ਹੈ। ਸਾਰੇ ਸ਼ਬਦ ਦੇ ਜਿਹੜਾ ਭਾਵ ਅਰਥ ਜਦੋਂ ਅਸੀਂ ਇਹਨੂੰ ਦੇਖਦੇ ਹਾਂ, ਵਿਚਾਰ ਕਰਦੇ ਹਾਂ ਸ਼ਬਦ ਨੂੰ, ਇਸ ਪੌੜੀ ਨੂੰ, ਤਾਂ ਇਹ 'ਚ ਇਉਂ ਲੱਗਦਾ ਵੀ ਦੁਬਦਾ ਦੀ ਗੱਲ ਜਿਹੜੀ ਕੀਤੀ ਗਈ ਹੈ, ਗੁਰੂ ਦੇ ਸਾਹਮਣੇ ਹੋ ਕੇ ਬੋਲ ਬੋਲਣੇ, ਭਾਵ ਗੁਰੂ ਨੂੰ ਜਵਾਬ ਦੇਣਾ, ਗੁਰੂ ਦਾ ਹੁਕਮ ਨਾ ਮੰਨਣਾ। ਇਹ ਅਸਲ ਜਿਹੜੇ ਮੇਨ ਭਾਵ ਹੈ ਇਹ ਹੈ ਦੋ ਰੁਖੀ ਆਪਣੇ ਮਨ ਅੰਦਰ ਦੁਬਦਾ ਰੱਖਣੀ। ਇੱਕ ਪਾਸੇ ਗੁਰੂ ਨੂੰ ਗੁਰੂ ਕਹੀ ਜਾਈਏ, ਇੱਕ ਪਾਸੇ ਅਸੀਂ ਗੁਰੂ ਦੀ ਗੱਲ ਨੂੰ ਨਾ ਮੰਨੀਏ। ਹੁਣ ਇਹ ਇਸ ਤਰ੍ਹਾਂ ਪ੍ਰੀਤ ਤੋੜ ਨਹੀਂ ਨਿਭਦੀ, ਇਸ ਤਰ੍ਹਾਂ ਪਿਆਰ ਜਿਹੜਾ ਹੈ ਤੋੜ ਨਹੀਂ ਨਿਭਦਾ। ਕਿਉਂਕਿ ਪ੍ਰੀਤ ਜਿਹੜੀ ਹੈ ਜਾਂ ਪਿਆਰ ਜਿਹੜਾ ਹੈ ਜਾਂ ਗੁਰੂ ਦੇ ਨਾਲ ਮੁਹੱਬਤ ਜਿਹੜੀ ਹੈ, ਇਹ ਤਾਂ ਬਿਲਕੁਲ ਕੁਰਬਾਨੀ ਮੰਗਦੀ ਹੈ, ਜਵਾਬ ਨਹੀਂ ਮੰਗਦੀ। ਜਦੋਂ ਜਵਾਬ ਹੁੰਦਾ ਹੈ ਉਹਨੂੰ ਗੁਰੂ ਪਾਤਸ਼ਾਹ ਨੇ ਬਾਣੀ 'ਚ ਉਹਦਾ ਵੀ ਬਿਆਨ ਕੀਤਾ, ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਖਾਏ ਨਾ ਕਾਈ ਪਾਏ। ਆਸਾ ਕੀ ਵਾਰ 'ਚ ਅਸੀਂ ਪੜ੍ਹਦੇ ਹਾਂ ਵੀ ਸਲਾਮ ਵੀ ਕਰੇ ਤੇ ਜਵਾਬ ਵੀ ਦੇਵੇ। ਹੁਣ ਦੋ ਗੱਲਾਂ ਨਹੀਂ ਚੱਲਦੀਆਂ, ਸਲਾਮ ਵੀ ਕਰੀ ਜਾਵੇ ਤੇ ਜਵਾਬ ਵੀ ਦੇਵੇ। ਇੱਕ ਪਾਸੇ ਕਹੀ ਜਾਏ ਲੋ ਜੀ ਮੈਂ ਤਾਂ ਤੁਹਾਡਾ ਬੜਾ ਹੀ ਬਹੁਤ ਹੀ ਆਦਰ ਕਰਦਾ, ਬੜਾ ਹੀ ਸਤਿਕਾਰ ਕਰਦਾ, ਬੜੀ ਮੇਰੀ ਭਾਵਨਾ ਮੇਰੇ ਮਨ 'ਚ ਹੈ, ਤੁਹਾਡਾ ਹਰ ਹੁਕਮ ਮੰਨਣ ਨੂੰ ਤਿਆਰ ਹਾਂ, ਭਾਵ ਮੱਥਾ ਵੀ ਟੇਕੀ ਜਾਏ। ਸਲਾਮ ਦਾ ਅਰਥ ਕੀ ਹੁੰਦਾ? ਮੱਥਾ ਵੀ ਟੇਕਣਾ। ਪਰ ਜਦੋਂ ਗੁਰੂ ਦੀ ਗੱਲ ਮੰਨਣ ਦੀ ਗੱਲ ਆਵੇ ਤੇ ਗੁਰੂ ਪਾਤਸ਼ਾਹ ਕਹਿੰਦੇ ਬਿਲਕੁਲ ਮੰਨਣ ਨੂੰ ਤਿਆਰ ਨਹੀਂ। ਹੁਣ ਜਿਹੜਾ ਮਨੁੱਖ ਗੁਰੂ ਦੇ ਅੱਗੇ ਮੱਥਾ ਵੀ ਟੇਕਦਾ ਤੇ ਗੁਰੂ ਦੀ ਗੱਲ ਵੀ ਨਹੀਂ ਮੰਨਦਾ, ਉਹਦੀ ਪ੍ਰੀਤ ਕਿਵੇਂ ਨਿਭ ਸਕਦੀ ਹੈ? ਉਹਦੀ ਮੁਹੱਬਤ ਕਿਵੇਂ ਪਾਰ ਹੋ ਸਕਦੀ ਹੈ? ਗੁਰੂ ਨਾਲ ਸੰਬੰਧ ਕਿਵੇਂ ਜੁੜ ਸਕਦਾ? ਤੇ ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ। ਉਹਦਾ ਮਤਲਬ ਸਲਾਮ ਵੀ ਕੂੜੀ ਹੈ, ਉਹਦਾ ਝੁਕਣਾ ਵੀ ਕੂੜਾ ਹੈ, ਉਹਦਾ ਝੁਕਣਾ ਵੀ ਕੂੜਾ ਹੈ। ਤੇ ਸਤਿਗੁਰੂ ਜੀ ਕਹਿੰਦੇ ਉਹਨੂੰ ਕਿਸੇ ਵੀ ਟਿਕਾਣਾ ਨਹੀਂ ਮਿਲਦਾ, ਉਹਨੂੰ ਕਿਤੇ ਵੀ ਟਿਕਾਣਾ ਨਹੀਂ ਮਿਲਦਾ। ਤਾਂ ਦੋ ਦੁਬਦਾ ਰੱਖ ਕੇ ਜਿਹੜੀ ਗੱਲ ਹੈ ਇਹ ਗੁਰਮਤਿ ਨੇ ਪਰਵਾਰ ਨਹੀਂ ਕੀਤੀ। ਦੁਬਦਾ ਦੀ ਕਹਾਣੀ ਜਿਹੜੀ ਗੁਰੂ ਘਰ ਦੇ ਵਿੱਚ ਪਰਵਾਰ ਨਹੀਂ ਹੈ, ਜਵਾਬ ਵੀ ਦੇਣੇ, ਸਵਾਲ ਵੀ ਕਰਨੇ। ਹੁਣ ਅਗਲੀ ਜਿਹੜੀ ਪੰਕਤੀ ਹੈ ਉੱਥੋਂ ਗੱਲ ਹੋਰ ਸਪਸ਼ਟ ਹੋ ਜਾਂਦੀ ਹੈ, ਟੂਟੇ ਬਾਂਹ ਦੋਹੂ ਦਿਸ਼ ਗਈ। ਦਿਸ਼ ਦਾ ਅਰਥ ਹੈ ਦਿਸ਼ਾ, ਵੀ ਬਾਂਹ ਜਿਹੜੀ ਹੈ ਇੱਕ ਇੱਧਰ ਨੂੰ ਖਿੱਚੀ ਚੱਲੋ, ਇਹ ਦੋ ਦਿਸ਼ਾਵਾਂ ਨੇ, ਇੱਕ ਬੰਦਾ ਬਾਂਹ ਇੱਧਰ ਖਿੱਚ ਰਿਹਾ, ਇੱਕ ਬੰਦਾ ਬਾਂਹ ਇੱਧਰ ਖਿੱਚ ਰਿਹਾ, ਕੀ ਬਾਂਹ ਵੱਜ ਜਾਏਗੀ? ਦੋਵੇਂ ਪਾਸਿਓਂ ਤੋਂ ਬਾਂਹ ਖਿੱਚੀ ਜਾਵੇ ਤਾਂ ਬਾਂਹ ਟੁੱਟੇਗੀ। ਹੁਣ ਇਹਦਾ ਮਤਲਬ ਇਹ ਹੈ ਵੀ ਇੱਕ ਸਾਡੇ ਇੱਕ ਗੱਲ ਅਸੀਂ ਇੱਧਰ ਨੂੰ ਜਾਣ ਦੀ ਕਰਦੇ ਹਾਂ ਤੇ ਇੱਕ ਸਾਡਾ ਮੂੰਹ ਇੱਧਰ ਨੂੰ ਹੈ। ਇੱਕ ਪਾਸੇ ਅਸੀਂ ਗੁਰੂ ਦੇ ਸਨਮੁਖ ਹੋਣ ਦੀ ਗੱਲ ਕਰਦੇ ਹਾਂ, ਦੂਜੇ ਪਾਸੇ ਗੁਰੂ ਦਾ ਹੁਕਮ ਨਹੀਂ ਮੰਨਦੇ। ਜਦੋਂ ਇਹ ਪ੍ਰੀਤ ਨਿਭ ਜਾਏ ਇੱਥੇ ਉਹ ਸਮਝ ਆਉਂਦੀ ਹੈ ਵੀ ਇਹ ਪ੍ਰੀਤ ਦੀ ਗੱਲ ਕੀਤੀ ਹੈ, ਪ੍ਰੀਤ ਨਿਭਾਉਣ ਦੀ ਗੱਲ ਕੀਤੀ ਹੈ। ਜਿਹੜੇ ਕੁਸ਼ਾਂ ਦੇ ਅਰਥ ਵੱਖ-ਵੱਖ ਜ਼ਰੂਰ ਸਹੀ ਲਫ਼ਜ਼ ਵੱਖਰੇ ਵੱਖਰੇ ਪ੍ਰਕਰਨ ਵਿੱਚ ਵਰਤਿਆ ਗਿਆ ਹੈ, ਲੇਕਿਨ ਇੱਥੇ ਜਿਹੜੀ ਗੱਲ ਹੈ ਇਹ ਗੱਲ ਸਾਰੀ ਅਸਲ ਵਿੱਚ ਦੁਬਦਾ ਦੇ ਅੰਦਰ ਦੀ ਹੈ। ਗੱਲ ਗੁਰੂ ਦੇ ਸਾਹਮਣੇ ਆ ਕੇ ਬੰਦਾ ਆਕੜ ਜਾਏ ਵੀ ਨਹੀਂ ਜੀ। ਹੁਣ ਦੇਖੋ ਗੁਰੂ ਨੇ ਤਾਂ ਜਿਹੜੀ ਗੱਲ ਕਹੀ ਉਹ ਤਾਂ ਮੰਨਣੀ ਪਏਗੀ, ਗੁਰੂ ਨੇ ਜੋ ਸਮਝਾਇਆ ਉਹ ਮੰਨਣਾ ਪਏਗਾ। ਬੜੀ ਵੱਡੀ ਇੱਕ ਦੁਬਦਾ ਦੀ ਹੈ ਸਾਡੇ ਮਨ ਦੇ ਵਿੱਚ ਬਣੀ ਹੋਈ। ਜਿੱਥੇ ਦੁਬਦਾ ਹੈ ਉੱਥੇ ਪ੍ਰੀਤ ਨਹੀਂ ਨਿਭਦੀ। ਦੁਬਦਾ ਕੈਸੀ ਹੈ ਜਿਹਨੇ ਬਹੁਤ ਘਰ ਗਾਲ ਦਿੱਤੇ ਹਨ, ਬੜੇ ਸਰੀਰ ਗਾਲ ਦਿੱਤੇ ਹਨ, ਉਹ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਸਾਡੀ ਦੁਬਦਾ ਦੇ ਵਿੱਚ ਬੀਤ ਜਾਂਦੀ ਹੈ। ਅਸੀਂ ਗੁਰਦੁਆਰੇ ਆਉਂਦੇ ਹਾਂ, ਗੁਰੂ ਘਰ 'ਚ ਜਾਂਦੇ ਹਾਂ, ਬੜੇ ਪਿਆਰ ਸਤਿਕਾਰ ਨਾਲ ਬਾਣੀ ਪੜ੍ਹਦੇ ਹਾਂ, ਪਰ ਅੰਦਰੋਂ ਦੁਬਦਾ ਫੇਰ ਵੀ ਖਤਮ ਨਹੀਂ ਹੁੰਦੀ। ਇਹਦਾ ਮਤਲਬ ਕੀ ਹੈ?
ਕਿ ਅਸੀਂ ਦੇਖੋ ਜੇ ਬਾਣੀ ਪੜ੍ਹਨ ਵਾਲੇ ਵੀ ਉਹ ਕੰਮ ਕਰਨਗੇ ਜਿਹੜੇ ਕੰਮ ਨਹੀਂ ਕਰਨ ਵਾਲੇ, ਤਾਂ ਫਿਰ ਇਹਦਾ ਮਤਲਬ ਸਾਡੇ ਅੰਦਰ ਦੁਬਤਾ ਹੈ ਕਿ ਕਰ ਲਈਏ ਕਿ ਨਾ ਕਰ ਲਈਏ। ਇੱਕ ਪਾਸੇ ਅਸੀਂ ਕਹੀ ਜਾਵਾਂਗੇ ਛੋਡੇ ਅੰਨ ਕਰੇ ਪਖੰਡ, ਦੂਜੇ ਪਾਸੇ ਅਸੀਂ ਕਹਾਂਗੇ ਨੇ ਅਸੀਂ ਵਰਤ ਰੱਖਣਾ ਹੈ। ਦੁਬਦਾ ਹੈ ਸਾਡੇ ਮਨ 'ਚ। ਇੱਕ ਕਹਿੰਦੇ ਕੁਝ ਹੋਰ ਆ, ਕਦੇ ਕੁਝ ਹੋਰ ਆ। ਇੱਕ ਪਾਸੇ ਅਸੀਂ ਕਹੀ ਜਾਂਦੇ ਆ ਵੀ ਇਹ ਜਿਹੜਾ ਦੀਵਾਲੀ ਦਾ ਕੋਈ ਸੰਬੰਧ ਨਹੀਂ ਸਿੱਖਾਂ ਦੇ ਨਾਲ, ਦੂਜੇ ਪਾਸੇ ਅਸੀਂ ਦੀਵੇ ਬਾਲੀ ਜਾਂਦੇ ਆ। ਦੱਸੋ ਫਿਰ ਇਹ ਦੁਬਦਾ ਹੋਈ ਕਿ ਨਾ ਹੋਈ? ਹੈਰਾਨੀ ਦੀ ਗੱਲ ਇਹ ਹੈ ਵੀ ਦੁਬਦਾ ਹਰ ਸਾਡੇ ਜੀਵਨ 'ਚ ਹਰ ਥਾਂ ਤੇ ਆ ਕੇ ਦੁਬਦਾ ਖੜੀ ਹੈ। ਔਰ ਇਸ ਦੁਬਦਾ ਨੇ ਕਈ ਘਰ ਗਾਲ ਦਿੱਤੇ ਹਨ। ਇਸ ਦੁਬਦਾ ਨੇ ਕਈ ਘਰ ਗਾਲ ਦਿੱਤੇ ਹਨ, ਤੇ ਬਿਨਾਂ ਇਸ ਦੁਬਦਾ ਨੂੰ ਮਾਰਨ ਦੇ ਉੱਤੇ ਗੁਰੂ ਦੇ ਦਰ ਤੇ ਜਾ ਕੇ ਮੁਹੱਬਤ ਨਹੀਂ ਨਿਭਦੀ, ਨੇਹ ਨਹੀਂ ਨਿਭਦਾ, ਟੁੱਟ ਜਾਂਦਾ ਹੈ। ਗੁਰੂ ਦੇ ਦਰਬਾਰ ਤੇ ਜਾ ਕੇ ਆਪਣੇ ਆਪ ਨੂੰ ਸਮਰਪਿਤ ਕਰਨਾ ਪੈਂਦਾ ਹੈ, ਸਰੈਂਡਰ ਕਰਨਾ ਪੈਂਦਾ ਹੈ। ਨਹੀਂ ਤਾਂ ਫਿਰ ਉਹ ਮੁੱਢੋਂ ਘੁੱਥਾ ਜਾਏ ਦੀ ਅਵਸਥਾ ਦੇ ਉੱਤੇ ਅਸੀਂ ਖੜੇ ਹੋ ਜਾਵਾਂਗੇ। ਮੁੱਢ ਦਾ ਅਰਥ ਹੁੰਦਾ ਹੈ ਮੂਲ ਤੋਂ ਹੀ। ਦਰਖਤ ਨੂੰ ਉੱਤੋਂ ਕੱਟ ਦਈਏ ਦੁਬਾਰਾ ਹਰਾ ਹੋ ਜਾਂਦਾ ਹੈ, ਪਰ ਦਰਖਤ ਨੂੰ ਜੜ੍ਹਾਂ ਤੋਂ ਵੱਢ ਦਈਏ ਤੇ ਮੁੱਢ ਤੋਂ ਕੱਢ ਦਈਏ ਤੇ ਦੁਬਾਰਾ ਕਦੇ ਹੀ ਹਰਾ ਨਹੀਂ ਹੁੰਦਾ। ਇੱਥੇ ਜਿਹੜੀ ਸਲੋਕ ਦੇ ਵਿੱਚ ਆਸਾ ਕੀ ਵਾਰ ਦੇ ਵਿੱਚ ਗੱਲ ਕੀਤੀ ਹੈ ਉਹ ਹੈ ਮੁੱਢੋਂ ਗੁੱਥਾ ਜਾਏ। ਉਹ ਮੁੱਢੋਂ ਗੁੱਥਾ ਦੀ ਗੱਲ ਹੈ, ਜੜ ਤੋਂ ਟੁੱਟਣ ਦੀ ਗੱਲ ਹੈ। ਅਸਲ ਵਿੱਚ ਟੁੱਟੇ ਹੋਏ ਆ ਤਾਂ ਹੀ ਸਾਡੀ ਪ੍ਰੀਤ ਨਹੀਂ ਨਿਭਦੀ, ਤਾਂ ਹੀ ਸਾਡਾ ਗੁਰੂ ਨਾਲ ਪਿਆਰ ਨਹੀਂ ਨਿਭਦਾ, ਤਾਂ ਹੀ ਗੁਰੂ ਨਾਲ ਸਾਡੀ ਗੱਲ ਨਹੀਂ ਬਣਦੀ, ਤਾਂ ਹੀ ਸਾਡੇ ਜੀਵਨ 'ਚ ਰੁੱਖਾ ਪਾਣਾ ਹੈ। ਅਗਲੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਇਸੇ ਕਰਕੇ ਹਨ ਕਿ ਸਾਡੇ ਮਨ 'ਚ ਜੇ ਦੁਬਦਾ ਹੈ, ਤੇ ਦੁਬਦਾ ਦੇ ਖਾਤਰ ਹੀ ਅਸੀਂ ਆ ਸਾਰਾ ਕੁਝ ਅਡੰਬਰ ਜਿਹੜੇ ਹਨ ਉਹ ਧਰਮ ਦੇ ਨਾਂ ਦੇ ਉੱਤੇ ਕਰਦੇ ਹਾਂ। ਇੱਕ ਪਾਸੇ ਸ਼ਬਦ ਨੂੰ ਗੁਰੂ ਕਹਿੰਦੇ ਆ, ਦੂਜੇ ਪਾਸੇ ਅਸੀਂ ਸ਼ਬਦ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੈ। ਇਹ ਤਾਂ ਉਹੀ ਗੱਲ ਹੋਈ, ਚਾਕਰ ਲੱਗੇ ਚਾਕਰੀ ਨਾਲੇ ਗਾਰਵ ਬਾਦ, ਗੱਲਾਂ ਕਰੇ ਘਨੇਰੀਆਂ ਖਸਮ ਨਾ ਭਾਵੇਂ ਸਾਧ। ਇਹ ਤਾਂ ਉਹੀ ਗੱਲ ਹੋ ਗਈ ਨਾ, ਚਾਕਰ ਚਾਕਰੀ ਵੀ ਕਰਦਾ, ਨੌਕਰੀ ਵੀ ਕਰਦਾ ਜੀ। ਮੈਂ ਤੁਹਾਡਾ ਬੜਾ ਵਫਾਦਾਰ ਨੌਕਰ ਹਾਂ, ਮੈਂ ਤਾਂ ਜੋ ਤੁਸੀਂ ਕਹੋ ਮੈਂ ਮੰਨਣ ਨੂੰ ਤਿਆਰ ਹਾਂ, ਜੋ ਤੁਸੀਂ ਕਹੋਗੇ ਮੈਂ ਉਹਦੇ ਮੁਤਾਬਕ ਚੱਲਾਂਗਾ। ਚਾਕਰ ਦਾ ਕੀ ਹੈ? ਚਾਕਰ ਨੇ ਤਨਖਾਹ ਪੈਸਾ ਲੈਣਾ ਔਰ ਮਾਲਕ ਦੀ ਵਫਾਦਾਰੀ ਕਰਦਾ। ਤੇ ਉਹ ਕਹਿੰਦੇ ਨੇ ਚਾਕਰ ਲੱਗੇ ਚਾਕਰੀ ਨਾਲੇ ਗਾਰਵਵਾਦ। ਫਿਰ ਦੂਜੇ ਪਾਸੇ ਜੇ ਮਾਲਕ ਵੇ ਜਾ ਬਈ ਪਾਣੀ ਲਾਇਆ, ਨਹੀਂ ਜੀ ਇਹ ਮੇਰੇ ਕੋਲ ਨਹੀਂ ਲਿਆਉਣਾ, ਇਹ ਮੁਸ਼ਕਿਲ ਜਿਹਾ ਕੰਮ ਹੈ, ਕਿਸੇ ਹੋਰ ਦੀ ਡਿਊਟੀ ਲਾ ਦਿਓ, ਤਾਂ ਫਿਰ ਕਿਸੇ ਪ੍ਰੀਤ ਨਿਭ ਜਾਏਗੀ। ਗੱਲਾਂ ਕਰੇ ਘਨੇਰੀਆਂ, ਇਹਦੇ ਨਾਲ ਖਸਮ ਦੀ ਖੁਸ਼ੀ ਨਹੀਂ ਮਿਲਦੀ, ਮਾਲਕ ਦੀ ਖੁਸ਼ੀ ਨਹੀਂ ਮਿਲਦੀ, ਮਾਲਕ ਦਾ ਸੰਬੰਧ ਵੀ ਪੱਕਾ ਨਹੀਂ ਬਣਦਾ। ਬਸ ਇੰਨਾ ਹੁੰਦਾ ਤੂੰ ਆਪਣਾ ਕੰਮ ਕਰ ਤੇ ਮੈਂ ਪੈਸੇ ਲੈ ਤੇ ਜਾ, ਇੰਨਾ ਕੁ ਸੰਬੰਧ ਰਹਿੰਦਾ ਨੌਕਰ ਦੇ ਨਾਲ। ਪਰ ਜਿਹੜਾ ਸੱਚਮੁੱਚ ਹੀ ਆਪ ਗਵਾਏ ਸੇਵਾ ਕਰੇ ਤੇ ਆ ਜਾਂਦਾ ਤਾਂ ਕਿਛ ਪਾਏ ਮਾਨ। ਕਿਛ ਹੈ ਤੇ ਲਫ਼ਜ਼ ਪੂਰੀ ਗੱਲ ਨਹੀਂ ਹੈ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਵੀ ਆਪਣਾ ਭਾਵ ਛੱਡ ਦੇਵੇ, ਦੁਬਦਾ ਛੱਡ ਦੇਵੇ, ਦੂਜੀ ਛੋੜ ਕਵਾਟੜੀ ਦੀ ਗੱਲ ਅੰਦਰੋਂ ਛੱਡ ਦੇਵੇ। ਫਿਰ ਕੀ ਹੁੰਦਾ? ਕਹਿੰਦਾ ਫਿਰ ਜਿਹਦੇ ਨਾਲ ਲੱਗਾ ਉਹ ਲੱਗਾ ਪ੍ਰਵਾਨ ਹੋ ਜਾਂਦਾ, ਉਹਦੀ ਪ੍ਰੀਤ ਜਿਹੜੀ ਹੈ ਨਿਭ ਜਾਂਦੀ ਹੈ, ਉਹਦੀ ਪ੍ਰੀਤ ਤੋੜ ਨਿਭ ਜਾਂਦੀ ਹੈ। ਤੋ ਇਹ ਗੁਰੂ ਸਾਹਿਬ ਜੀ ਜਿਹੜੀ ਗੱਲ ਇੱਥੇ ਦੱਸਦੇ ਨੇ ਵੀ ਦੋ ਪਾਸਿਆਂ ਦੀ ਚਾਲ ਚੱਲਣ ਦੇ ਨਾਲ ਗੱਲ ਬਣਨੀ ਨਹੀਂ। ਅੱਜ ਸਾਡੇ ਜੀਵਨ ਦੇ ਵਿੱਚ ਰੁੱਖਾਪਨ ਕਿਉਂ ਹੈ? ਸਾਡੇ ਜੀਵਨ ਵਿੱਚ ਇਹ ਚੀਜ਼ਾਂ ਕਿਉਂ ਨਹੀਂ? ਕਿਉਂਕਿ ਸਾਡੇ ਅੰਦਰ ਦੁਬਦਾ ਹੈ, ਅਸੀਂ ਗੁਰੂ ਦੀ ਗੱਲ ਮੰਨਦੇ ਨਹੀਂ ਹੈ। ਤੇ ਸਤਿਗੁਰੂ ਜੀ ਫਿਰ ਕਹਿੰਦੇ ਨੇ ਵੀ ਹੇ ਪਾਂਡੇ ਦੇਖ, ਗੁਰੂ ਦੀ ਕਰਨੀ ਕਾਹੇ ਤਾਵੋ, ਕਿਉਂ ਗੁਰੂ ਦੀ ਗੱਲ ਨਹੀਂ ਮੰਨਦਾ? ਜਿਹੜੀ ਕੱਲ ਦੀ ਪੰਕਤੀ ਆਪਾਂ ਛੱਡੀ ਸੀ ਨਾ, ਕਹਿੰਦੇ ਨੇ ਕਿਉਂ ਗੁਰੂ ਦੀ ਗੱਲ ਨਹੀਂ ਮੰਨਦਾ, ਕਿਉਂ ਨਹੀਂ ਗੁਰੂ ਦੇ ਬੋਲ ਮੰਨਦਾ? ਲੈ ਜੇ ਤੂੰ ਗੁਰੂ ਦੇ ਬੋਲ ਨਹੀਂ ਮੰਨੇਗਾ, ਫਿਰ ਅੰਦਰ ਦੁਬਦਾ ਰੱਖੇਗਾ, ਫਿਰ ਟੁੱਟੇ ਨੇ, ਫਿਰ ਕੀ ਹੋਏਗਾ? ਪਿਆਰ ਟੁੱਟ ਜਾਏਗਾ। ਪਿਆਰ ਜਿਹੜਾ ਹੈ ਉਹ ਟੁੱਟ ਜਾਂਦਾ ਹੈ। ਹੁਣ ਇਹ ਤਾਂ ਜੇ ਵੈਸੇ ਵੀ ਗੱਲ ਆਪਣੇ ਜੇ ਅਸੀਂ ਕਿਸੇ ਦੀ ਗੱਲ ਹੀ ਨਹੀਂ ਮੰਨਦੇ, ਬੱਚਾ ਮਾਂ-ਬਾਪ ਦੀ ਗੱਲ ਨਹੀਂ ਮੰਨਦਾ, ਤੇ ਕਿੰਨਾ ਕੁ ਸੰਬੰਧ ਟੁੱਟਦਾ ਹੈ, ਕਿੰਨਾ ਕੁ ਰਿਲੇਸ਼ਨ ਬਣ ਸਕਦਾ? ਠੀਕ ਹੈ, ਜਨਮ ਦਿੱਤਾ ਹੈ, ਬੱਚੇ ਨੇ, ਮਾਂ-ਬਾਪ ਨੇ, ਮਾਂ-ਬਾਪ ਨੇ, ਪਰ ਉਹ ਅੰਦਰ ਰੁੱਖਾਪਨ ਤੇ ਅੰਦਰ ਉਹ ਗੱਲ ਨਹੀਂ ਹੈ, ਕਿਉਂਕਿ ਉਹ ਕਹਿਣੇ 'ਚ ਨਹੀਂ ਹੈ। ਫਿਰ ਅਖੀਰ ਤੇ ਕਈ ਵਾਰੀ ਇਸ ਤਰ੍ਹਾਂ ਵੀ ਲਿਖ ਦਿੰਦਾ, ਅਖਬਾਰਾਂ 'ਚ ਇਸ਼ਤਿਹਾਰ ਵੀ ਛਪ ਜਾਂਦੇ ਆ ਵੀ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ, ਸਾਡੇ ਕਹਿਣੇ ਤੋਂ ਬਾਹਰ ਹੈ। ਦੱਸੋ ਉੱਥੇ ਪ੍ਰੀਤ ਦਾ ਤਾਂ ਕੋਈ ਗੱਲਬਾਤ ਨਹੀਂ ਨਾ ਹੋਈ, ਉੱਥੇ ਪਿਆਰ ਕਿੱਥੇ ਗਿਆ? ਟੁੱਟ ਗਿਆ, ਖਤਮ ਹੋ ਗਿਆ। ਪਿਆਰ ਜਿਹੜਾ ਸੀ ਉਦੋਂ ਨਿਭਦਾ, ਉਦੋਂ ਤੱਕ ਨਿਭਦਾ ਜਦ ਤੱਕ ਅਸੀਂ ਹੁਕਮ ਦੇ ਵਿੱਚ ਚੱਲਦੇ ਹਾਂ, ਇੱਕ ਦੂਜੇ ਦੀ ਸਤਿਕਾਰ ਦੀ ਦੀਵਾਰ ਬਣਾ ਕੇ ਰੱਖਦੇ ਹਾਂ। ਜਦੋਂ ਸਤਿਕਾਰ ਦੀ ਦੀਵਾਰ ਟੁੱਟ ਜਾਂਦੀ ਹੈ, ਉਦੋਂ ਪਿਆਰ ਵੀ ਟੁੱਟ ਜਾਂਦਾ ਹੈ।
ਤੇ ਸਤਿਕਾਰ ਦੀ ਦੀਵਾਰ ਉਨੀ ਦੇਰ ਤੱਕ ਖੜੀ ਰਹਿੰਦੀ ਹੈ ਜਦ ਤੱਕ ਅਸੀਂ ਗੁਰੂ ਦਾ ਹੁਕਮ ਮੰਨਦੇ ਹਾਂ। ਜਦ ਤੱਕ ਗੁਰੂ ਦਾ ਹੁਕਮ ਨਹੀਂ ਮੰਨਦੇ, ਫਿਰ ਅੰਦਰੋਂ ਸਤਿਕਾਰ ਦੀ ਦੀਵਾਰ ਵੀ ਖੜੀ ਜਿਹੜੀ ਹੈ ਉਹ ਨਹੀਂ ਹੋ ਸਕਦੀ। ਤੇ ਜ਼ਰੂਰੀ ਹੈ ਸਮਾਜਿਕ ਰਿਸ਼ਤਿਆਂ ਵਿੱਚ ਵੀ, ਘਰ ਦੇ ਪਰਿਵਾਰਕ ਰਿਸ਼ਤਿਆਂ ਵਿੱਚ ਵੀ, ਸਮਾਜ ਵਿੱਚ ਵਿਚਰਦਿਆਂ ਹੋਇਆ ਵੀ, ਤੇ ਗੁਰੂ ਦੇ ਨਾਲ ਸੰਬੰਧ ਹੋਇਆ ਵੀ ਸਾਡੇ ਅੰਦਰ ਸਤਿਕਾਰ ਦੀ ਇੱਕ ਦੀਵਾਰ ਜਿਹੜੀ ਹੈ ਉਹ ਜ਼ਰੂਰੀ ਰਹਿਣੀ ਚਾਹੀਦੀ ਹੈ। ਪਤੀ ਪਤਨੀ ਦਾ ਸਤਿਕਾਰ ਦੀ ਦੀਵਾਰ ਨਾ ਰਵੇ, ਉਹ ਵੀ ਰਿਸ਼ਤਾ ਟੁੱਟ ਜਾਂਦਾ। ਅੱਗੇ ਉਹ ਵੀ ਉਦਾਹਰਨ ਗੁਰੂ ਪਾਤਸ਼ਾਹ ਨੇ ਦਿੱਤੀ ਹੈ, ਉਹਦੀ ਉਦਾਹਰਨ ਵੀ ਦਿੱਤੀ ਹੈ। ਤੋ ਕਹਿਣ ਦਾ ਮਸਲਾ ਸਿਰਫ ਇਹ ਹੈ ਕਿ ਦੁਬਦਾ ਨੇ ਬਹੁਤ ਸਰੀਰ ਜਿਹੜੇ ਹਨ ਉਹ ਗਾਲ ਦਿੱਤੇ ਹਨ। ਤੋ ਗੁਰੂ ਸਾਹਿਬ ਇੱਥੇ ਕਹਿੰਦੇ ਨੇ ਵੀ ਬਾਂਹ ਨੂੰ ਦੋਨਾਂ ਪਾਸਿਆਂ ਤੋਂ ਫੜ ਲਈਏ ਤੇ ਬਾਂਹ ਟੁੱਟ ਜਾਂਦੀ ਹੈ। ਹੁਣ ਇੱਕ ਪਾਸੇ ਮੂੰਹ ਇੱਧਰ ਕਰ ਲਈਏ, ਦੂਜੇ ਪਾਸੇ ਮੂੰਹ ਇੱਧਰ ਕਰ ਲਈਏ, ਦੱਸੋ ਬੰਦਾ ਤੁਰ ਸਕਦਾ? ਇੱਕ ਕਦਮ ਅੱਗੇ ਜਾਈਏ, ਇੱਕ ਕਦਮ ਪਿੱਛੇ ਜਾਈਏ, ਕੀ ਮੰਜ਼ਿਲ ਆ ਜਾਏਗੀ? ਇੱਕ ਸੱਜੇ ਨੂੰ ਤੁਰੀਏ, ਖੱਬੇ ਨੂੰ ਤੁਰੀਏ, ਇੱਕ ਅਸੀਂ ਮੰਜ਼ਿਲ ਤੇ ਪਹੁੰਚ ਜਾਵਾਂਗੇ? ਨਹੀਂ, ਕਿਉਂਕਿ ਅਸੀਂ ਤੁਰੇ ਹੀ ਨਹੀਂ। ਹਾਂ, ਅਸੀਂ ਐਕਟੀਵਿਟੀ ਕੀਤੀ ਹੈ, ਆਪਣੇ ਵੱਲੋਂ ਤੁਰੇ ਆ, ਪਰ ਕਿਉਂ ਤੁਰੇ ਹੀ ਨਹੀਂ ਅਸਲ ਵਿੱਚ? ਕਿਉਂਕਿ ਇੱਕ ਕਦਮ ਅੱਗੇ ਜਾਣਾ ਸੀ, ਫਿਰ ਇੱਕ ਕਦਮ ਪਿੱਛੇ ਕਰ ਲਿਆ, ਕਦਮ ਅੱਗੇ ਜਾਣਾ ਸੀ, ਕਦਮ ਪਿੱਛੇ ਕਰ ਲਿਆ। ਇਹ ਬਿਨਾਂ ਇਸ ਦੁਬਤਾ ਨੂੰ ਦੂਰ ਕਰਨ ਤੋਂ ਗੱਲ ਬਣਨੀ ਨਹੀਂ। ਤੇ ਗੁਰੂ ਕੇ ਪਿਆਰਿਓ, ਦੁਬਤਾ ਮਾਰਨੀ ਜਿਹੜੀ ਹੈ ਬੜੀ ਔਖੀ ਜੀ ਘਾਟੀ ਹੈ, ਬੜੀ ਔਖੀ ਜੀ ਘਾਟੀ ਹੈ। ਜੇ ਭਰੋਸਾ, ਵਿਸ਼ਵਾਸ ਤੇ ਯਕੀਨ ਨਾ ਬਣੇ ਤਾਂ ਇਹ ਦੁਬਤਾ ਮਰਦੀ ਨਹੀਂ। ਸੂਰਮਾ ਹੀ ਹੈ, ਸੱਚਮੁੱਚ ਬੰਦਾ ਸੂਰਮਾ ਹੈ ਜਿਹੜਾ ਦੁਬਦਾ ਨੂੰ ਮਾਰ ਲੈਂਦਾ ਹੈ, ਔਰ ਸੱਚਮੁੱਚ ਹੀ ਉਹ ਬੰਦਾ ਪੂਰਾ ਹੈ ਜਿਹੜਾ ਇਸ ਦੁਬਦਾ ਨੂੰ ਮਾਰ ਲੈਂਦਾ ਹੈ। ਜਿਹੜਾ ਇਸ ਨੂੰ ਮਾਰ ਲੈਂਦਾ ਉਹਨੂੰ ਇੱਜ਼ਤ ਮਿਲਦੀ ਹੈ, ਗੁਰੂ ਘਰ 'ਚ ਵੀ ਵਡਿਆਈ ਮਿਲਦੀ ਹੈ, ਮਾਣ ਮਿਲਦਾ ਹੈ। ਔਰ ਇਹ ਵੀ ਭਰੋਸਾ ਰੱਖਿਓ, ਇਸ ਦੁਬਤਾ ਨੂੰ ਜਿਹਨੇ ਮਾਰ ਲਿਆ ਉਹਦੇ ਜੀਵਨ ਵਿੱਚ ਦੁੱਖ ਵੀ ਕਦੀ ਨਹੀਂ ਆਉਂਦਾ। ਭਾਵ ਦੁੱਖੋਂ ਨਾ ਆਉਂਦਾ ਮਤਲਬ ਵੀ ਉਹ ਦੁੱਖਾਂ ਨੂੰ ਦੁੱਖ ਸਮਝਦਾ ਹੀ ਨਹੀਂ, ਉਹਨੂੰ ਖਤਮ ਹੋ ਜਾਂਦੀ ਹੈ ਵੀ ਦੁੱਖ ਕੀ ਹੈ, ਸੁੱਖ ਕੀ ਹੈ, ਉਹਦੀ ਸੋਚ ਉੱਪਰ ਚਲੀ ਜਾਂਦੀ ਹੈ। ਔਰ ਜਿਹਨੇ ਕੋਈ ਵਿਰਲਾ ਹੀ ਹੈ ਜਿਹੜਾ ਇਸ ਮਾਰਗ ਤੇ ਚੱਲਦਾ, ਪਰ ਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਮਾਰ ਲੈਂਦਾ ਉਹ ਰਾਜਾ ਵੀ ਹੈ, ਜੋਗੀ ਵੀ ਹੈ। ਉਹ ਰਾਜਾ ਵੀ ਹੈ, ਜੋਗੀ ਵੀ ਹੈ, ਭੋਗੀ ਵੀ ਹੈ ਤੇ ਤਿਆਗੀ ਵੀ ਹੈ। ਜਿਹੜਾ ਮਾਰਦਾ ਉਹਨੂੰ ਫਿਰ ਡਰ ਵੀ ਨਹੀਂ ਹੁੰਦਾ ਕਿਸੇ ਹੋਰ ਦਾ, ਉਹ ਤਾਂ ਆਪਣੀ ਜ਼ਿੰਦਗੀ ਨੂੰ ਸਵਾਰ ਲੈਂਦਾ ਹੈ, ਔਰ ਉਹਦੀ ਮਾਇਆ ਦੀ ਤ੍ਰਿਸ਼ਨਾ ਵੀ ਮੁੱਕ ਜਾਂਦੀ ਹੈ। ਦੁਬਦਾ ਦੇ ਨਾਲ ਹੀ ਤ੍ਰਿਸ਼ਨਾ ਬਣਦੀ ਹੈ। ਤੇ ਜਿਹੜਾ ਇਸ ਦੁਬਦਾ ਨੂੰ ਮਾਰਦਾ ਉਹਨੂੰ ਪਰਮੇਸ਼ਰ ਦੀ ਦਰਗਾਹ ਵਿੱਚ ਜਾ ਕੇ ਮਾਣ ਮਿਲਦਾ ਹੈ, ਦੂਜੇ ਨੂੰ ਨਹੀਂ ਮਿਲਦਾ। ਸਤਿਗੁਰੂ ਦਾ ਇੱਕ ਬਚਨ ਆਉਂਦਾ ਗੌੜੀ ਰਾਗ ਵਿੱਚ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਕਿ ਜਿਹੜਾ ਇਹ ਦੁਬਦਾ ਨੂੰ ਮਾਰੇ ਉਹੀ ਸੂਰਮਾ ਹੈ। ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਜੋ ਇਸ ਮਾਰੇ ਤਿਸੈ ਵਡਿਆਈ। ਦੇਖੋ ਕਿੰਨਾ ਪਿਆਰਾ ਸ਼ਬਦ ਗੁਰੂ ਪਾਤਸ਼ਾਹ ਲਿਖਦੇ ਨੇ। ਦੁਬਦਾ ਦੀ ਗੱਲ ਜਦੋਂ ਆਉਂਦੀ ਹੈ ਤੇ ਕਹਿੰਦੇ ਜੋ ਇਸ ਮਾਰੇ ਤਿਸ ਕਾ ਦੁੱਖ ਜਾਈ, ਉਹਦੇ ਦੁੱਖ ਵੀ ਖਤਮ ਹੋ ਜਾਂਦੇ ਨੇ। ਐਸਾ ਕੋਈ ਜੇ ਦੁਬਦਾ ਮਾਰ ਗਵਾਵੇ, ਹੈ ਵਿਰਲਾ ਹੀ ਹੈ, ਕੋਈ ਹੈ ਸੂਰਮਾ ਹੀ ਹੈ। ਫਿਰ ਕਹਿੰਦੇ ਨੇ ਇਸੇ ਮਾਰ ਰਾਜ ਜੋ ਕਮਾਵੇ, ਰਾਜਾ ਵੀ ਹੈ, ਜੋਗੀ ਵੀ ਹੈ, ਭੋਗੀ ਵੀ ਹੈ, ਤਿਆਗੀ ਵੀ ਹੈ। ਜੋ ਸਮਾਰੇ तिसको भव ना है, जो समारे सो नाम समाए। फिर जो समारे तिसकी तृष्णा बूझे, जो समारे सो दरगाह सींचे। जो इन मारे वही परवान होना है। तो हे पंडित, हे पांडे, तू उस गोपाल का नाम लिख ते अंदरों दुबदा दूर कर, कवाटड़ी दूर कर। बिना सतगुरु दे मिलन तो दुबदा नहीं भजनी, दुबदा खत्म नहीं होनी। ये पक्की गल है कि दुबदा दे नाल संबंध नहीं निभदा। मैं पिछे एक गल कीती सी, भगत नामदेव जी का एक शब्द गौण राग दे विच आउंदा है। भगत नामदेव जी ने उत्थे दुबदा की गल कीती है ते गल बड़ी कमाल दी है। कहंदे ने पांडे, मैं इस मूर्खा जन्म विच परमेश्वर का दर्शन कर लिया, पर तू मूर्ख दा मूर्ख ही रहो, कि तू मूर्ख दा मूर्ख ही रहो, अजे तक तेनू दर्शन ही नहीं होया।
ਵੀ ਤੂੰ ਸਾਰੀ ਜ਼ਿੰਦਗੀ ਹੋ ਗਈ ਤਿਲਕ ਲਾਉਂਦਿਆਂ, ਸਾਰੀ ਜ਼ਿੰਦਗੀ ਹੋ ਗਈ ਤੈਨੂੰ ਅਧਰਮ ਦੇ ਕਾਰਜ ਕਰਦਿਆਂ, ਸਾਰੀ ਜ਼ਿੰਦਗੀ ਹੋ ਗਈ ਤੈਨੂੰ ਇਸ ਪਾਸੇ ਨੂੰ ਤੁਰਿਆ ਹੋਇਆ। ਕਾਰਨ ਕੀ ਹੈ ਵੀ ਤੈਨੂੰ ਅਜੇ ਤੱਕ ਕਿਉਂ ਨਹੀਂ ਦਰਸ਼ਨ ਹੋਇਆ? ਕਹਿੰਦੇ ਆ ਮੈਂ ਤੈਨੂੰ ਦੱਸਾਂ, ਆ ਤੈਨੂੰ ਸਮਝਾਵਾਂ ਇੱਕ ਗੱਲ, ਵੀ ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦਾ, ਕਿਉਂ ਨਹੀਂ ਤੈਨੂੰ ਦਰਸ਼ਨ ਹੁੰਦਾ। ਜੋ ਹੁਣ ਉਹਦੇ ਤੇ ਬੜੀ ਕਮਾਲ ਦੀ ਅੱਗੇ ਉਦਾਹਰਨਾਂ ਦਿੱਤੀਆਂ ਨੇ ਵੀ ਇਹ ਪੰਡਿਤ, ਜਿਹਦੀ ਤੂੰ ਪੂਜਾ ਕਰਦਾ ਹੈ, ਜਿਹਨੂੰ ਆਪਣਾ ਇਸ਼ਟ ਕਹਿੰਦਾ ਹੈ, ਜਿਹਨੂੰ ਤੂੰ ਆਪਣਾ ਪੂਜਾ ਕਰਕੇ ਸਾਰਾ ਕੁਝ ਅਰਪਣ ਕਰਦਾ ਹੈ, ਜੇ ਤਾਂ ਮੰਤਰ ਪੜ੍ਹਦਾ ਹੈ, ਤੇਰਾ ਉੱਤੇ ਪੂਰਾ ਭਰੋਸਾ ਹੋਣਾ ਚਾਹੀਦਾ ਸੀ। ਪਰ ਇੱਕ ਪਾਸੇ ਤੂੰ ਗਾਇਤਰੀ ਦਾ ਮੰਤਰ ਪੜ੍ਹੀ ਜਾਂਦਾ ਹੈ, ਦੂਜੇ ਪਾਸੇ ਤੇਰਾ ਉਹਦਾ ਭਰੋਸਾ ਨਹੀਂ ਬਣਿਆ, ਤੇਰੀ ਸ਼ਰਧਾ ਨਹੀਂ ਬਣੀ। ਕਿਉਂਕਿ ਤੇਰੀ ਗਾਇਤਰੀ ਉਹ ਹੈ ਜਿਸ ਨੂੰ ਤੂੰ ਬਾਰ-ਬਾਰ ਇਹੋ ਹੀ ਗੱਲ ਆਖਦਾ ਹੈ ਕਿ ਇੱਕ ਵਾਰੀ ਇਸ ਸ਼ਰਾਬ ਦੇ ਕਾਰਨ ਗਊ ਦੀ ਜੂਨ ਚ ਪੈ ਗਈ, ਲੋਧੇ ਜ਼ਿਮੀਂਦਾਰ ਦੇ ਪੈਲੀ ਖਾਨ ਚਲੀ ਗਈ, ਉੱਥੇ ਫਸਲ ਚਰਨ ਚਲੀ ਗਈ, ਜ਼ਿਮੀਂਦਾਰ ਨੇ ਸੋਟਾ ਮਾਰ ਕੇ ਉਹਦੀ ਲੱਤ ਤੋੜ ਦਿੱਤੀ, ਤੇ ਉਹ ਜ਼ਿਮੀਂਦਾਰ ਨੇ ਉਹਦੀ ਲੱਤ ਤੋੜ ਦਿੱਤੀ, ਫਿਰ ਉਹ ਲੰਗੜੀ ਹੋ ਗਈ। ਕਹਿੰਦੇ ਤੂੰ ਇੱਕ ਪਾਸੇ ਇਹ ਗੱਲ ਕਰਦਾ, ਦੂਜੇ ਪਾਸੇ ਤੂੰ ਇਹ ਗੱਲਾਂ ਕਰਦਾ, ਤੇਰਾ ਭਰੋਸਾ ਕਿਵੇਂ ਬਣੇਗਾ, ਵਿਸ਼ਵਾਸ ਕਿਵੇਂ ਬਣੇਗਾ, ਤੇਰਾ ਯਕੀਨ ਕਿਵੇਂ ਬਣੇਗਾ, ਤੇ ਤੈਨੂੰ ਮਿਲੇਗਾ ਕਿਵੇਂ? ਪਰਮੇਸ਼ਰ ਮਿਲ ਹੀ ਨਹੀਂ ਸਕਦਾ ਤੈਨੂੰ, ਨਾ ਪਰਮੇਸ਼ਰ ਤੈਨੂੰ ਇਸ ਤਰ੍ਹਾਂ ਮਿਲਣਾ ਹੈ ਤੇ ਨਾ ਹੀ ਪਰਮੇਸ਼ਰ ਨੇ ਤੈਨੂੰ ਇਸ ਤਰ੍ਹਾਂ ਜਿਉਣਾ। ਤਾਂ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਵੀ ਸਾਰੀਆਂ ਚੀਜ਼ਾਂ ਦੱਸੀਆਂ ਨੇ, ਪਰ ਦੁਬਿਧਾ ਦੇ ਨਾਲ ਗੱਲ ਨਹੀਂ ਬਣਨੀ। ਇੱਕ ਵਾਟੜੀ ਜਦ ਤੱਕ ਛੱਡੀ ਨਹੀਂ ਜਾਂਦੀ ਉਦੋਂ ਤੱਕ ਗੱਡੀ ਚੱਲਣੀ ਨਹੀਂ। ਜਦ ਤੱਕ ਦੁਬਿਧਾ ਦੀ ਗੱਲ ਸਾਡੇ ਅੰਦਰ ਬਣੀ ਹੋਈ ਹੈ ਉਦੋਂ ਤੱਕ ਗੱਡੀ ਨਹੀਂ ਚੱਲਣੀ। ਉੱਥੇ ਉਹ ਕਹਿੰਦੇ ਨੇ ਵੀ ਦੇਖ ਅੱਜ ਤੇਰਾ ਕਿਉਂ ਨਹੀਂ ਗੱਲ ਬਣੀ, ਕਿਉਂਕਿ ਤੂੰ ਪਰ ਉਹਦੇ ਤੇ ਭਰੋਸਾ ਨਹੀਂ ਕੀਤਾ ਜੋ ਤੂੰ ਪੜ੍ਹਦਾ। ਜੇ ਭਰੋਸਾ ਕਰ ਲੈਂਦਾ, ਤੇਰੇ ਵਿਸ਼ਵਾਸ ਕਰ ਲੈਂਦਾ, ਤੇ ਤੇਰੀ ਗੱਡੀ ਜਿਹੜੀ ਸੀ ਉਹ ਚੱਲ ਜਾਂਦੀ। ਕਿਉਂਕਿ ਇਸ ਕਰਕੇ ਭਰੋਸਾ ਨਹੀਂ ਕੀਤਾ, ਇਸ ਕਰਕੇ ਤੇਰੀ ਗੱਲਬਾਤ ਨਹੀਂ ਚੱਲੀ। ਤੋ ਇਹ ਅੱਗੇ ਹੋਰ ਉਦਾਹਰਨਾਂ ਜਿਹੜੀਆਂ ਉਹਨਾਂ ਨੇ ਦਿੱਤੀਆਂ ਨੇ, ਕਹਿੰਦੇ ਨੇ ਦੂਜੀ ਤੂੰ ਗੱਲ ਕਰਦਾ ਪਾਂਡੇ, ਤੂੰ ਸ਼ਿਵ ਜੀ ਦੀ ਆਰਾਧਨਾ ਕਰਦਾ, ਉਹਨਾਂ ਨੂੰ ਦੂਜੇ ਪਾਸੇ ਉਹਨਾਂ ਨੂੰ ਬੜਾ ਕਰੋਧੀ ਵੀ ਤੂੰ ਕਹੀ ਜਾਂਦਾ। ਕਿਹੋ ਜਿਹੀਆਂ ਕਹਾਣੀਆਂ ਘੜ ਲਈਆਂ ਨੇ, ਜੋ ਬੜਾ ਗੁੱਸੇ ਵਾਲੇ ਸੀ। ਵੀ ਇੱਕ ਦਿਨ ਕਿਸੇ ਨੇ ਉਹਨਾਂ ਦਾ ਖਾਣਾ ਕਹਿ ਦਿੱਤਾ ਤੇ ਖਾਣਾ ਜਿਹੜਾ ਸੀ ਸਵਾਦ ਨਹੀਂ ਬਣਿਆ, ਤੇ ਉਹਨਾਂ ਨੇ ਸ਼ਰਾਬ ਦੇ ਕੇ ਉਹਦਾ ਮੁੰਡਾ ਹੀ ਮਾਰ ਦਿੱਤਾ। ਜਿਹੜਾ ਬੰਦਾ ਖਾਣੇ ਦੇ ਬਦਲੇ 'ਚ ਬੱਚੇ ਨੂੰ ਮਾਰ ਦਿੰਦਾ ਹੈ ਉਹਦਾ ਕੀ ਹਾਲਤ ਹੈ? ਕਹਿੰਦੇ ਫਿਰ ਇਹ ਤੇਰੇ ਦੂਜੇ ਪਾਸੇ ਤੇਰੀ ਇਹ ਗੱਲਬਾਤ ਹੈ। ਤੇ ਤੇਰਾ ਭਰੋਸਾ ਹੀ ਨਹੀਂ ਬਣਿਆ, ਜਦ ਤੇਰਾ ਵਿਸ਼ਵਾਸ ਹੀ ਨਹੀਂ ਬਣਿਆ ਤੇ ਦੱਸ ਗੱਡੀ ਕਿਵੇਂ ਚੱਲੇਗੀ? ਤੋ ਗੱਡੀ ਚੱਲ ਨਹੀਂ ਸਕਦੀ ਜਦ ਤੱਕ ਤੇਰਾ ਭਰੋਸਾ ਜਾਂ ਤੇਰਾ ਵਿਸ਼ਵਾਸ ਜਿਹੜਾ ਹੈ ਉਹ ਨਹੀਂ ਬਣਦਾ। ਇਸ ਕਰਕੇ ਤੂੰ ਇਹ ਪਾਂਡੇ, ਤੇ ਜਦ ਤੱਕ ਤੇਰੇ ਵਿਸ਼ਵਾਸ ਨਹੀਂ ਬਣਦਾ, ਭਰੋਸਾ ਨਹੀਂ ਬਣਦਾ, ਉਦੋਂ ਤੱਕ ਤੂੰ ਦੁਬਿਧਾ ਦੇ ਵਿੱਚੋਂ ਨਿਕਲ ਵੀ ਨਹੀਂ ਸਕਦਾ। ਦੁਬਿਧਾ ਕੀ ਹੈ? ਵੀ ਜੋ ਅਸੀਂ ਪੜ੍ਹਦੇ ਹਾਂ ਉਹ ਤੇ ਨਾ ਮੰਨੀਏ, ਭਰੋਸਾ ਨਾ ਕਰੀਏ, ਜਿਹੜੀ ਮਰਿਆਦਾ ਅਸੀਂ ਸਮਝਦੇ ਹਾਂ ਉਹ ਮਰਿਆਦਾ ਤੇ ਨਾ ਤੁਰੀਏ। ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਅਸੀਂ ਗੁਰੂ ਦੀ ਬੜੀ ਗੱਲ ਮੰਨਦੇ ਹਾਂ, ਦੂਜੇ ਪਾਸੇ ਅਸੀਂ ਕੀ ਕਹਿੰਦੇ ਵੀ ਸਾਡਾ ਸਰੂਪ ਉਦਾਂ ਦਾ ਨਹੀਂ ਹੋਣਾ ਚਾਹੀਦਾ। ਸਰੂਪ ਦੇ ਵਿੱਚ ਫਰਕ ਪੈਣਾ, ਕਿੱਥੇ ਕਿੱਥੇ ਗੱਡੀ ਚੱਲੇਗੀ? ਇੱਕ ਪਾਸੇ ਗੁਰੂ ਕਹਿੰਦਾ ਨਸ਼ਿਆਂ ਦੀ ਵਰਤੋਂ ਨਹੀਂ ਕਰਨੀ, ਦੂਜੇ ਪਾਸੇ ਅਸੀਂ ਕਹਿੰਦੇ ਆ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੁੰਦਾ। ਗੁਰੂ ਕੇ ਪਿਆਰ ਵਾਲਿਓ, ਦੁਬਿਧਾ ਹੈ ਸਾਡੇ ਮਨਾਂ ਵਿੱਚ, ਸਾਡੇ ਮਨ 'ਚ ਭੁਲੇਖਾ ਹੈ। ਤੋ ਸ਼ਬਦ ਪੂਰਾ ਗਾਉਣ ਰਾਗ ਦਾ ਜਿਹੜਾ ਲਿਖਿਆ, ਅੱਜ ਨਾਮੈ ਬੀਠਲ ਦੇਖਿਆ ਮੂਰਖ ਕੋ ਸਮਝਾਉ ਰੇ, पांडे तुम्हारी गायत्री लोधे का खेत खाती थी कि फिर क्या लेकर ठेका टंगरी तोड़ी लांगड़ लांगड़ जाती थी। ਉਹਦੀ ਲੱਤ ਟੁੱਟ ਗਈ। तो ਜਿਹਦਾ ਮੰਤਰ ਪੜਦਾ ਉੱਤੇ तेरा विश्वास नहीं बनया। पांडे तुमरा महादेव धोले बल्द चढ़िया आवत देखिया था, मोदी के घर खाना पाका वाका लड़का मारिया था, ਉਹਨੇ ਉਹਦਾ ਮੁੰਡਾ ਹੀ ਮਾਰ ਦਿੱਤਾ। ਤੂੰ ਉਹਦੇ ਇਹ ਗੱਲ ਕਰੀ ਜਾਂਦਾ। ਤੁਸੀਂ ਰਾਮਚੰਦਰ ਜੀ ਦੀ ਪੂਜਾ ਕਰਦੇ ਹੋ, ਉੱਥੇ ਵੀ ਤੁਹਾਡਾ ਭਰੋਸਾ ਨਹੀਂ ਹੈ, ਉੱਥੇ ਤੁਸੀਂ ਨਾਲ ਕਹਾਣੀ ਜੋੜੀ ਹੋਈ ਹੈ। पांडे तुमरा रामचंद्र जो भी आवत देखिया था, रावण से ती सरवर हुई घर की जो एक गवाई थी। ਵੀ ਤੂੰ ਆਪਣੇ ਜਿਹੜਾ ਬੰਦਾ ਆਪਣੇ ਘਰ ਦੀ ਰਾਖੀ ਨਹੀਂ ਕਰ ਸਕਦਾ, ਤੁਹਾਡੀ ਰਾਖੀ ਕੀ ਕਰੇਗਾ? ਇਹ ਕਹਾਣੀਆਂ ਤੁਸੀਂ ਘੜੀਆਂ ਹੋਈਆਂ ਨੇ, ਇਹ ਦੁਬਿਧਾ ਹੈ। ਜਦੋਂ ਦੁਬਿਧਾ ਹੈ, ਇਸੇ ਤਰ੍ਹਾਂ ਅਸੀਂ ਵੀ ਕਈ ਕਹਾਣੀਆਂ ਸਾਖੀਆਂ ਇਹੋ ਜਿਹੀਆਂ ਜੋੜ ਲਈਆਂ ਗੁਰੂ ਦੇ ਨਾਲ, ਜਿਨ੍ਹਾਂ ਨਾਲ ਸਾਡੇ ਮਨਾਂ 'ਚ ਦੁਬਿਧਾ ਖੜੀ ਹੋ ਗਈ। ਜਿਹੜੀ ਗੁਰਮਤਿ ਸਿਧਾਂਤ ਦੇ ਉਲਟ ਸਾਖੀ ਹੈ ਜਾਂ ਗੁਰਮਤਿ ਸਿਧਾਂਤ ਦੇ ਉਲਟ ਗੱਲਬਾਤ ਹੈ, ਦੱਸੋ ਤੁਸੀਂ ਇਹ ਗੁਰਬਾਣੀ ਠੀਕ ਹੈ ਜਾਂ ਉਹ ਸਾਖੀ ਠੀਕ ਹੈ?
ਗੁਰਬਾਣੀ ਦਾ 100% ਠੀਕ ਹੈ, ਸਾਖੀ ਗਲਤ ਹੈ, ਕਿਉਂਕਿ ਗੁਰਬਾਣੀ ਗੁਰੂ ਦੀ ਕਥਨੀ ਤੇ ਕਰਨੀ ਦਾ ਫਰਕ ਨਹੀਂ ਹੈ। ਜਿਹੜੀਆਂ ਸਾਖੀਆਂ ਅਸੀਂ ਗੁਰੂ ਨਾਲ ਜੋੜ ਲਈਆਂ, ਕਲਗੀਧਰ ਪਾਤਸ਼ਾਹ ਦੇ ਜੀਵਨ ਕਾਲ ਵਿੱਚ ਇਹੋ ਜਿਹੀਆਂ ਸਾਖੀਆਂ ਜੋੜ ਦਿੱਤੀਆਂ ਉਹਨਾਂ ਗ੍ਰੰਥਾਂ ਦੇ ਵਿੱਚ, ਜਿਹਨਾਂ ਗ੍ਰੰਥਾਂ ਦੇ ਵਿੱਚ ਬੜੇ ਮਤਭੇਦ ਇਹੋ ਜਿਹੀਆਂ ਗੱਲਾਂ ਨੇ, ਉਹਨਾਂ ਦੇ ਕਿਰਦਾਰ ਦੇ ਉੱਤੇ, ਪਾਤਸ਼ਾਹ ਦੇ ਕਿਰਦਾਰ ਦੇ ਉੱਤੇ ਇਹੋ ਜਿਹੀਆਂ ਗੁੱਝੀਆਂ ਸੱਟਾਂ ਮਾਰੀਆਂ ਗਈਆਂ, ਉਹਨਾਂ ਨੂੰ ਦੱਸੋ ਕਿਵੇਂ ਸੰਬੰਧ ਹੈ। ਆ ਤੁਸੀਂ ਦੇਖਿਆ ਹੀ ਹੋਣਾ, ਪਿੱਛੇ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਿਆ ਗਿਆ ਤੇ ਉੱਥੇ ਉਹ ਕਹਾਣੀ ਨੂੰ ਇੱਕ ਲੈ ਕੇ ਪ੍ਰਚਲਿਤ ਨੂੰ ਉੱਥੇ ਲਵ ਕੁਸ਼ ਦੀ ਔਲਾਦ ਸਿੱਖਾਂ ਨੂੰ ਜਾ ਕੇ ਦੱਸ ਦਿੱਤਾ ਗਿਆ। ਕਾਰਨ ਕੀ ਸੀ ਕਿ ਅਸੀਂ ਇਹ ਪੜ੍ਹਿਆ ਹੀ ਨਹੀਂ ਵੀ ਗੁਰਬਾਣੀ ਦੀ ਕਸਵੱਟੀ ਤੇ ਗੱਲਾਂ ਪੂਰੀਆਂ ਉਤਰਦੀਆਂ ਨੇ। ਸਾਡੇ ਅੰਦਰ ਦੁਬਦਾ ਹੀ ਨਹੀਂ ਖਤਮ ਹੋਈ। ਵੱਡੇ ਵੱਡੇ ਜਥੇਦਾਰਾਂ ਦੀ ਦੁਬਦਾ ਨਾ ਖਤਮ ਹੋਵੇ ਤਾਂ ਸਿੱਖੀ ਦਾ ਹਾਲ ਕੀ ਹੈ ਤੁਹਾਡੇ ਸਾਹਮਣੇ ਹੈ। ਅੱਜ ਜੋ ਹਸ਼ਰ ਹੋ ਰਿਹਾ ਸਾਡੇ ਸਾਹਮਣੇ ਹੈ, ਕਾਰਨ ਅੰਦਰੋਂ ਦੁਬਦਾ ਦੀ ਹੈ। ਤਾਂ ਇੱਥੇ ਹੀ ਸਾਰੀ ਗੱਲ ਆਉਂਦੀ ਹੈ ਵੀ ਜਦ ਤੱਕ ਅੰਦਰੋਂ ਦੁਬਦਾ ਖਤਮ ਨਹੀਂ ਹੁੰਦੀ, ਜਦ ਤੱਕ ਅੰਦਰੋਂ ਸਾਡੇ ਅੰਦਰ ਦੁਬਦਾ ਵਾਲਾ ਵਿਚਾਰ ਖਤਮ ਹੁੰਦਾ ਤੇ ਮੁਹੱਬਤ ਟੁੱਟ ਜਾਏਗੀ, ਪਿਆਰ ਜਿਹੜਾ ਹੈ ਟੁੱਟ ਜਾਏਗਾ। ਹੁਣ ਦੁਬਦਾ ਖਤਮ ਹੋਣੀ ਕਿਵੇਂ ਕਰੀਏ? ਇਹ ਹੈ ਸਤਿਗੁਰ ਮਿਲੇ ਤਾਂ ਦੁਬਦਾ ਭਾਗੇ, ਉਹ ਗੁਰੂ ਦੀ ਸ਼ਰਨ ਵਿੱਚ ਪੈ ਕੇ ਕਮਲ ਵਿਗਾਸ ਮਨ ਹਰ ਪ੍ਰਭ ਲਾਗੇ। ਜਦੋਂ ਸਤਿਗੁਰ ਮਿਲਦਾ ਉਦੋਂ ਦੁਬਦਾ ਦੂਰ ਹੁੰਦੀ ਹੈ। ਜੀਵਤ ਮਰੇ ਮਹਾਰਸ ਆਗੇ, ਦੁਬਦਾ ਦਾ ਦੂਰ ਕਰਨ ਦਾ ਢੰਗ ਵੀ ਦੱਸਿਆ ਗੁਰੂ ਪਾਤਸ਼ਾਹ ਜੀ ਦੇ ਨਾਲ। ਸਤਿਗੁਰ ਮਿਲਿਆ ਸਚ ਸੰਜਮ ਸੂਚਾ, ਗੁਰ ਕੀ ਪੌੜੀ ਉੱਚੋ ਉੱਚਾ। ਹੁਣ ਇਹ ਦੁਬਦਾ ਭਾਗਣ ਦੀ ਦੂਰ ਕਰਨ ਦੀ ਗੱਲ ਆ ਗਈ। ਤੇ ਜੇ ਨਹੀਂ ਦੂਰ ਹੋਈ ਦੁਬਦਾ ਤਾਂ ਫਿਰ ਅਸੀਂ ਜਿਹੜੇ ਟੁੱਟੇ ਨੇ ਕਿ ਬੋਲੇ ਸਹੀ। ਫਿਰ ਅਸੀਂ ਸਾਹਮਣੇ ਜਵਾਬ ਵੀ ਦਿੱਤਾ ਤੇ ਸਵਾਲ ਜਵਾਬ ਦੋਵੇਂ ਕੀਤੇ, ਫਿਰ ਸਾਡੀ ਗੱਡੀ ਜਿਹੜੀ ਹੈ ਉਹ ਚੱਲ ਨਹੀਂ ਸਕਦੀ। ਇਹ ਦੂਜਾ ਭਾਵ ਨਾ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰ। ਹੁਣ ਜਿਹੜਾ ਦੂਜਾ ਭਾਵ ਹੈ ਉਹ ਲਿਵ ਨਹੀਂ ਜੋੜਨ ਦਿੰਦਾ, ਗੁਰੂ ਦੇ ਵਿੱਚ ਸਾਥ ਬਣਨ ਨਹੀਂ ਦਿੰਦਾ। ਦੂਜਾ ਭਾਵ ਨਾ ਦੇਈ ਲਿਵ ਲਾਗਣ, ਜੁੜਨ ਹੀ ਨਹੀਂ ਦਿੰਦਾ। ਦੂਜਾ ਭਾਵ ਜਿਹੜਾ ਹੈਗਾ ਕਿਹੜਾ? ਜਿਨ ਹਰ ਕੇ ਚਰਨ ਵਿਸਾਰੇ। ਇਹ ਦੂਜਾ ਭਾਵ ਜਿਹੜਾ ਹੈ ਇਹ ਚਰਨ ਲੱਗਣ ਹੀ ਨਹੀਂ ਦਿੰਦਾ। ਗੁਰੂ ਪਾਤਸ਼ਾਹ ਜੀ ਨੇ ਬਾਰ-ਬਾਰ ਇਹ ਬਚਨ ਬਿਲਾਵਲ ਰਾਗ ਦਾ ਗੁਰੂ ਅਮਰਦਾਸ ਮਹਾਰਾਜ ਦਾ ਹੈ 796 797 ਅੰਕ ਦੇ ਉੱਤੇ, ਦੂਜਾ ਭਾਵ ਨਾ ਦੇਈ ਲਿਵ ਲਾਗਣ, ਕਿਹਨੇ? ਜਿਨ ਹਰ ਕੇ ਚਰਨ ਨਿਵਾਰੇ। ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨ ਕੈ ਤੈ ਦੁਖ ਨਿਵਾਰੇ। ਦੋਨੇ ਪੱਖ ਸਾਹਮਣੇ ਰੱਖ ਦਿੱਤੇ। ਇੱਕ ਪਾਸੇ ਪਿਆਰ ਹੈ, ਇੱਕ ਪਾਸੇ ਦੁਬਦਾ ਹੈ। ਤਾਂ ਹੁਣ ਜਿਹੜਾ ਧਰਮ ਦਾ ਅੱਜ ਹਾਲਾਤ ਕੀ ਹੈ? ਗੁਰੂ ਸਾਹਿਬ ਜੀ ਨੇ ਇੱਕ ਬੜਾ ਵਧੀਆ ਨਕਸ਼ਾ ਖਿੱਚਿਆ ਗੁਰੂ ਅਮਰਦਾਸ ਮਹਾਰਾਜ ਨੇ। ਇਹ ਸਤਿਗੁਰੂ ਦਾ ਇੱਕ ਸ਼ਲੋਕ ਆਉਂਦਾ ਹੈ ਵੀ ਅੱਜ ਵਿਦਵਾਨ ਧਰਮ ਦੀ ਦੁਨੀਆ 'ਚ ਚੱਲਣ ਵਾਲੇ ਪੰਡਤ ਪੜ ਪੜ ਉੱਚਾ ਕੂਕਦਾ, ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨ ਚੀਨ੍ਹੀ, ਮਨ ਮੂਰਖ ਗਵਾਰ। ਦੂਜੇ ਭਾਏ ਜਗਤ ਪ੍ਰਬੋਧ ਦਾ, ਨਾ ਬੂਝੇ ਵਿਚਾਰ। ਹੁਣ ਦੂਜੇ ਭਾਏ, ਦੂਜਾ ਭਾਇਆ ਕੀ ਹੈ? ਦੂਜਾ ਭਾਇਆ ਕੀ ਹੈ? ਬਿਰਥਾ ਜਨਮ ਗਵਾਇਆ, ਮਰ ਜੰਮੇ ਵਾਰੋ ਵਾਰ। ਜੋ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਜਨਮ ਜਿਹੜਾ ਹੈ ਅਜਾਈ ਚਲਾ ਜਾਂਦਾ ਹੈ। ਤਾਂ ਸਾਰੀ ਕਹਾਣੀ ਜਿਹੜੀ ਸਾਰੀ ਗੁਰੂ ਪਾਤਸ਼ਾਹ ਦੀ ਗੱਲ ਕਹਿੰਦੇ, ਇਹ ਪਾਂਡੇ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਨਾਂ ਲਿਖਣ ਦੇ ਨਾਲ ਦੂਜਾ ਭਾਵ ਬਣਦਾ ਹੈ। ਤੇ ਦੂਜਾ ਭਾਵ ਜਿਹੜਾ ਹੈ ਇਹ ਕਦੀ ਗੁਰੂ ਨਾਲ ਪ੍ਰੀਤ ਨਹੀਂ ਨਿਭ ਦਿੰਦਾ। ਅੱਗੇ ਉਦਾਹਰਨਾਂ ਦਿੱਤੀਆਂ ਨੇ, ਟੁੱਟੇ ਬਾਂਹ ਦੋਹੋਂ ਦਿਸ਼ ਗਈ। ਕੋਈ ਬਾਂਹ ਟੁੱਟ ਜਾਂਦੀ ਹੈ ਜਿਹੜੀ ਦੋਨੇ ਦਿਸ਼ਾਵਾਂ ਵੱਲੋਂ ਫੜ ਕੇ ਖਿੱਚੀ ਜਾਵੇ। ਟੂਟ ਪ੍ਰੀਤ ਗਈ ਬੁਰ ਬੋਲ, ਟੂਟ ਪ੍ਰੀਤ ਗਈ, ਮੰਦਾ ਬੋਲ ਬੋਲਿਆ, ਭੈੜਾ ਬੋਲ ਬੋਲਣ ਨਾਲ ਪ੍ਰੀਤ ਟੁੱਟ ਜਾਂਦੀ ਹੈ। ਵੀ ਜੇ ਭੈੜਾ ਬੋਲ ਬੋਲਦੇ ਆ ਤੇ ਗੁਰੂ ਨਾਲ ਕਿਵੇਂ ਨਿਭੇਗੀ? ਸੰਸਾਰ ਵਿੱਚ ਵੀ ਅਸੀਂ ਕਿਸੇ ਨੂੰ ਮਾੜੇ ਬੋਲ ਬੋਲ ਦਈਏ, ਭੈੜੇ ਬੋਲ ਬੋਲ ਦਈਏ ਤਾਂ ਸੰਬੰਧ ਟੁੱਟ ਜਾਂਦਾ ਹੈ, ਰਿਲੇਸ਼ਨਸ਼ਿਪ ਖਤਮ ਹੋ ਜਾਂਦੀ ਹੈ। ਇੱਥੇ ਗੁਰੂ ਸਾਹਿਬ ਕਹਿੰਦੇ ਨੇ ਟੂਟ ਪ੍ਰੀਤ ਗਈ ਬੁਰ ਬੋਲ। ਇਹ ਬੋਲ ਕੀ ਕਦੋਂ ਬੋਲੇ ਜਾਂਦੇ ਨੇ? ਜਦੋਂ ਅੰਦਰ ਈਰਖਾ ਹੈ, ਜਦੋਂ ਅੰਦਰ ਸਾਡੇ ਅੰਦਰ ਸਾੜਾ ਹੈ, ਜਦੋਂ ਕ੍ਰੋਧ ਦੀ ਅੱਗ ਬਲ ਉੱਠਦੀ ਹੈ, ਕਿਸੇ ਦੀ ਚੀਜ਼ ਦੇਖ ਕੇ, ਕਿਸੇ ਦੇ ਚੰਗੀ ਚੀਜ਼ ਦੇਖ ਕੇ ਅੰਦਰ ਬਰਦਾਸ਼ਤ ਨਾ ਕਰਨਾ, ਦਵੈਸ਼ ਦੇ ਵਿੱਚੋਂ ਕ੍ਰੋਧ ਪੈਦਾ ਹੁੰਦਾ। ਤੇ ਜਦੋਂ ਕ੍ਰੋਧ ਦਵੈਸ਼ ਵਿੱਚੋਂ ਪੈਦਾ ਹੁੰਦਾ ਤੇ ਉਹਦੇ 'ਚ ਫਿਰ ਮਾੜੇ ਬੋਲ ਉਹਦੇ ਪ੍ਰਤੀ ਨਿਕਲਦੇ ਨੇ। ਤੇ ਜਦੋਂ ਮਾੜੇ ਬੋਲ ਨਿਕਲਦੇ ਨੇ ਉਦੋਂ ਪ੍ਰੀਤ ਟੁੱਟ ਜਾਂਦੀ ਹੈ। ਲੋ ਹੁਣ ਗੁਰੂ ਦੇ ਅੱਗੇ ਬੋਲਿਆ, ਗੁਰੂ ਨੂੰ
ਬੋਲ ਬੋਲ ਕੀ ਹੈ? ਗੁਰੂ ਨੂੰ ਜਵਾਬ ਦੇਣਾ, ਗੁਰੂ ਦੀ ਗੱਲ ਨਾ ਮੰਨਣੀ। ਗੁਰੂ ਦੀ ਗੱਲ ਨਾ ਮੰਨੀਏ ਤਾਂ ਉਹ ਗੁਰੂ ਨਾਲ ਵੀ ਪ੍ਰੀਤ ਜਿਹੜੀ ਹੈ ਉਹ ਟੁੱਟ ਜਾਂਦੀ ਹੈ। ਹਾਂ, ਆਪਣੀਆਂ ਦਲੀਲਾਂ ਦੇਈ ਜਾਈਏ ਅਸੀਂ, ਕੋਈ ਵੱਖਰੀ ਗੱਲ ਹੈ ਵੀ ਸਾਡੇ ਮਨ ਦੀ ਸਿੱਖੀ ਚਾਹੀਦੀ ਹੈ, ਤਨ ਦੀ ਸਿੱਖੀ ਦੀ ਕੀ ਲੋੜ ਹੈ, ਇਹ ਦਲੀਲਾਂ ਸਾਡੀਆਂ ਆਪਣੀਆਂ ਨੇ। ਪਰ ਸਤਿਗੁਰੂ ਜੀ ਦੇ ਇੱਥੇ ਕਹਿੰਦੇ ਨੇ ਮਨ ਦੀ ਸਿੱਖੀ ਬੜੀ ਔਖੀ ਹੈ, ਤਨ ਦੀ ਸਿੱਖੀ ਬੜੀ ਸੌਖੀ ਹੈ ਉਹਦੇ ਮੁਕਾਬਲੇ ਤੇ। ਸਿੱਖੀ ਤਨ ਤੇ ਮਨ ਦੋਨਾਂ ਦੀ ਚਾਹੀਦੀ ਹੈ। ਇਸ ਕਰਕੇ ਸਿੱਖੀ ਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਜਵਾਬ ਵੀ ਦਈਏ, ਭੈੜੇ ਬੋਲ ਵੀ ਬੋਲੀ ਜਾਈਏ। ਟੂਟ ਪ੍ਰੀਤ ਗਈ ਬਰਬੋਲ ਵਾਲੀ ਅਵਸਥਾ ਜਿਹੜੀ ਹੈ ਉਹਦੇ ਨਾਲ ਰਿਲੇਸ਼ਨਸ਼ਿਪ ਟੁੱਟ ਜਾਂਦੀ ਹੈ। ਫਿਰ ਕਹਿੰਦੇ ਦੁਰਮਤ ਪਰਹਰ ਛਾਡੀ ਢੋਲ। ਢੋਲ ਦਾ ਅਰਥ ਹੁੰਦਾ ਪਤੀ, ਖਸਮ, ਢੋਲੇ ਨੇ। ਪੁਰਾਣੇ ਪੰਜਾਬੀ ਗੀਤਾਂ 'ਚ ਢੋਲਾ ਲਫ਼ਜ਼ ਬੜਾ ਵਰਤਿਆ ਜਾਂਦਾ ਸੀ। ਢੋਲ ਦਾ ਅਰਥ ਹੈ ਪਤੀ, ਪਰ ਪਤੀ। ਦੁਰਮਤ, ਦੁਰਮਤ ਦਾ ਅਰਥ ਕੀ ਹੁੰਦਾ? ਭੈੜੀ ਮੱਤ। ਪਰਹਰ ਛਾਡੀ ਢੋਲ, ਪਰਹਰ ਛਾਡੀ ਛੱਡ ਦਿੱਤੀ। ਪਰਹਰ ਛਾਡੀ ਦਾ ਅਰਥ ਹੈਗਾ ਛੱਡ ਦਿੱਤੀ, ਤਿਆਗ ਦਿੱਤੀ। ਕਿਹਨੂੰ ਤਿਆਗ ਦਿੱਤਾ? ਜਿਹੜੇ ਦੁਰਮਤ ਕਰਕੇ। ਸੱਤੇ ਨੂੰ ਸਿਹਾਰੀ ਦਾ ਮਤਲਬ ਦੁਰਮਤ ਕਰਕੇ। ਦੁਰਮਤ ਕਰਕੇ ਕੀ ਹੋਇਆ? ਢੋਲ ਨੇ ਛੱਡ ਦਿੱਤੀ। ਵੀ ਇੱਕ ਇਸਤਰੀ ਦੇ ਜਿਹੜੇ ਆਚਰਨ ਠੀਕ ਨਾ ਹੋਵੇ, ਜਿਨ੍ਹਾਂ ਦੇ ਅੰਦਰ ਦੁਬਦਾ ਬਣੇ, ਜਿਹੜੀ ਦੋ ਪਾਸੇ ਹੁੰਦੀ ਹੋਵੇ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਜਿਹਦੇ ਅੰਦਰ ਪਤੀਵਰਤਾ ਨਾ ਹੋਵੇ, ਜਿਹੜੀ ਪਤੀਵਰਤਾ ਨਹੀਂ ਹੈ ਉਹਨੂੰ ਫਿਰ ਢੋਲ ਛੱਡ ਦਿੰਦਾ, ਸੰਬੰਧ ਟੁੱਟ ਜਾਂਦਾ ਹੈ। ਹੁਣ ਇੱਥੇ ਕੇਵਲ ਇਸਤਰੀ ਲਈ ਲਫ਼ਜ਼ ਨਹੀਂ ਹੈ, ਇਹ ਲਫ਼ਜ਼ ਜੀਵ ਰੂਪੀ ਇਸਤਰੀ ਲਈ ਹੈ। ਅਸੀਂ ਵੀ ਇਸਤਰੀਆਂ ਹਾਂ ਉਸ ਪਰਮੇਸ਼ਰ ਦੀਆਂ, ਤੇ ਜਦੋਂ ਅਸੀਂ ਉਹਦੇ ਨਹੀਂ ਹੋ ਕੇ ਰਹਿੰਦੇ, ਇੱਕ ਦੇ ਨਹੀਂ ਹੋ ਕੇ ਰਹਿੰਦੇ, ਤੇ ਸਾਨੂੰ ਵੀ ਉਹ ਪਰਮੇਸ਼ਰ ਛੱਡ ਦਿੰਦਾ, ਗੁਰੂ ਛੱਡ ਦਿੰਦਾ। ਛੁੱਟੜ ਹੋ ਜਾਂਦੇ ਆ ਅਸੀਂ, ਛੁੱਟੜ ਦੇ ਹੋ ਜਾਂਦੇ ਆ। ਕਹਿੰਦੇ ਕਿਹੋ ਜਿਹੇ ਛੁੱਟੜ ਹੋ ਜਾਂਦੇ ਆ? ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ ਵਰਗੇ। ਜਿਹੜੇ ਤਿਲਾਂ ਦੇ, ਸੜੇ ਹੋਏ ਤਿਲਾਂ ਦੇ ਬੂਟੇ ਛੱਡ ਕੇ ਕਿਸਾਨ ਆ ਜਾਂਦਾ, ਜ਼ਿਮੀਂਦਾਰ ਛੱਡ ਕੇ ਆ ਜਾਂਦਾ, ਉਹੋ ਜਿਹਾ ਅਸੀਂ ਬਣ ਜਾਂਦੇ ਆ। ਜਿਹੜੇ ਬਾਲਣ ਭੱਠੀ ਪਾ ਕੇ ਬਾਲੇ ਜਾਂਦੇ ਆ। ਜਿਹੜੇ ਬੰਦੇ ਖਸਮ ਦੇ ਨਹੀਂ ਹਨ ਉਹਨਾਂ ਦੇ 100 ਖਸਮ ਬਣ ਜਾਂਦੇ ਨੇ, ਉਹ ਇੱਕ ਦੇ ਨਾ ਹੋ ਕੇ ਕਈਆਂ ਦੇ ਹੋ ਜਾਂਦੇ ਨੇ। ਇੱਥੇ ਦੁਰਮਤ ਉਹ ਹੈ ਵੀ ਜਿਹੜੇ ਇੱਕ ਦੇ ਨਹੀਂ, ਇਹ ਦੁਬਦਾ ਹੈ, ਇੱਕ ਦੇ ਬਣ ਕੇ ਨਹੀਂ ਰਹਿਣਾ, ਇੱਕ ਦੇ ਆਪਣੇ ਜੀਵਨ ਨੂੰ ਇੱਕ ਨੂੰ ਸੌਂਪਣਾ ਨਹੀਂ ਕਰਨੀ। ਇੱਥੇ ਜਿਹੜੀ ਉਹ ਦੁਬਦਾ ਦੀ ਗੱਲ ਗੁਰੂ ਪਾਤਸ਼ਾਹ ਨੇ ਕੀਤੀ ਹੈ, ਦੁਰਮਤ ਪਰਹਰ ਛਾਡੀ ਢੋਲ। ਪਰ ਹੁਣ ਥੋੜੀ ਜਿਹੀ ਅੱਗੇ ਗੁਰੂ ਪਾਤਸ਼ਾਹ ਨੇ ਸਾਨੂੰ ਦੂਜਾ ਪਾਸਾ ਰੱਖਿਆ। ਇਹ ਪੰਡਤ ਟੂਟੇ ਗੰਠ ਪੜੇ ਵਿਚਾਰ। ਟੂਟੇ ਗੰਠ, ਟੂਟੇ ਦਾ ਮਤਲਬ ਟੁੱਟ ਜਾਣੀ, ਖੁੱਲ ਜਾਣੀ। ਗੰਢ, ਗੰਢ ਖੁੱਲ ਗਈ। ਲੋ, ਕਿਹੜੀ ਗੰਢ ਖੁੱਲ ਗਈ? ਜਿਹੜੀਆਂ ਮੁਸ਼ਕਿਲਾਂ ਬਣੀਆਂ ਹੋਈਆਂ ਨੇ ਅੰਦਰ, ਜਿਹੜੇ ਸਾਡੇ ਅੰਦਰ ਪ੍ਰੋਬਲਮਸ ਖੜੀਆਂ ਨੇ, ਕਈ ਸਮੱਸਿਆਵਾਂ ਦੀਆਂ ਗੰਢਾਂ ਸਾਡੇ ਅੰਦਰ ਹੈ। ਕਈ ਵਾਰੀ ਅਸੀਂ ਬੈਠੇ ਹੋਈਏ ਨਾ, ਬੜੀ ਦੁਬਦਾ ਦੇ ਵਿੱਚ ਹੋਈਏ, ਬੜੀ ਸਮੱਸਿਆ ਦੀ ਅੰਦਰ ਆਈ ਹੋਵੇ, ਅਚਾਨਕ ਹੀ ਮਨ 'ਚ ਖਿਆਲ ਆ ਜਾਂਦਾ ਹੈ, ਜਿਹਨੂੰ ਅਸੀਂ ਕਹਿੰਦੇ ਲੈ ਫੁਰ ਗਿਆ ਫੁਰਨਾ। ਹੁਣ ਗੱਲ ਹੱਲ ਆ ਪਿਆ ਮੈਨੂੰ ਇਸ ਗੱਲ ਦਾ। ਪੜ੍ਹਦੇ ਪੜ੍ਹਦੇ ਕੋਈ ਕੁਐਸਚਨ ਨਾ ਆਵੇ, ਸਵਾਲ ਨਾ ਆਵੇ, ਤਾਂ ਬੰਦਾ ਬੜਾ ਪਰੇਸ਼ਾਨ ਹੁੰਦਾ ਹੈ। ਤੇ ਪਰ ਜਦੋਂ ਇੱਕਦਮ ਉਹਦਾ ਹੱਲ ਲੱਭ ਜਾਏ ਤਾਂ ਬੰਦਾ ਕਹਿੰਦਾ ਹੁਣ ਮਿਲ ਗਿਆ ਜੀ, ਆ ਗਿਆ ਜਵਾਬ ਮੈਨੂੰ। ਕੋਈ ਗੱਲ ਯਾਦ ਨਾ ਆਵੇ ਤਾਂ ਫਿਰ ਅਸੀਂ ਗੱਲ ਕਰਦੇ ਹਾਂ ਗੱਲ ਯਾਦ ਭੁੱਲ ਗਈ, ਪਰ ਇੱਕਦਮ ਯਾਦ ਆਉਂਦੀ ਹੈ ਤੇ ਬੰਦਾ ਫਿਰ ਬੜਾ ਉਤਾਵਲਾ ਜਿਹਾ ਹੋ ਜਾਂਦਾ। ਸਾਹਿਬ ਜੀ ਕਹਿੰਦੇ ਟੂਟੇ ਗੰਠ ਕਿਹੜੀ? ਪੜ੍ਹੇ ਵਿਚਾਰ। ਵੀ ਇਹ ਜਦੋਂ ਅੰਦਰ ਚੰਗੀ ਵਿਚਾਰ ਫੁਰ ਜਾਏ, ਗੁਰੂ ਦੀ ਗੱਲ ਸਮਝ ਆ ਜਾਏ। ਪੜ੍ਹੇ ਵਿਚਾਰ ਦਾ ਮਤਲਬ ਗੁਰੂ ਦੀ ਗੱਲ ਪੜ੍ਹ ਲਵੇ, ਸੁਣ ਲਵੇ, ਵਿਚਾਰ ਲਵੇ। ਫਿਰ ਕੀ ਹੁੰਦਾ ਹੈ? ਉਹ ਮੁਸ਼ਕਿਲਾਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ, ਉਹ ਗੰਢਾਂ ਖੁੱਲ ਜਾਂਦੀਆਂ ਨੇ। ਜਿਹੜੀਆਂ ਅੰਦਰ ਗੰਢਾਂ ਵੱਜੀਆਂ ਹੋਈਆਂ ਸੀ, ਜਿਹੜਾ ਗੰਢਾਂ ਵੱਜੀਆਂ ਹੋਈਆਂ ਸੀ, ਉਹ ਗੰਢਾਂ ਖੁੱਲ ਜਾਂਦੀਆਂ ਨੇ। ਤੇ ਜਦੋਂ ਗੰਢਾਂ ਖੁੱਲ ਜਾਂਦੀਆਂ ਨੇ, ਮੁਸ਼ਕਿਲਾਂ ਹੱਲ ਹੋ ਜਾਂਦੀਆਂ ਨੇ। ਫਿਰ ਸਤਿਗੁਰੂ ਜੀ ਕਹਿੰਦੇ ਗੁਰ ਸ਼ਬਦੀ ਘਰ ਕਾਰਜ ਸਾਰ। ਉਹ ਪਾਂਡੇ ਦੇਖ ਤੂੰ ਵੀ, ਹੁਣ ਇੱਥੇ ਕਹਿੰਦੇ ਤੂੰ ਵੀ, ਇਹ ਪੰਡਤ ਤੂੰ ਵੀ ਕੀ ਕਰ? ਗੁਰੂ ਦੇ ਸ਼ਬਦ ਰਾਹੀਂ ਆਪਣੇ ਮਨ ਦੀ ਪੱਟੀ ਤੇ ਗੋਪਾਲ ਦਾ ਨਾਮ ਲਿਖ। ਮਨ ਦੀ ਪੱਟੀ ਤੇ ਗੋਪਾਲ ਦਾ ਨਾਮ ਸਿਮਰਨ ਦਾ ਕੰਮ ਸੰਭਾਲ। ਆਪਣੇ ਮਨ ਵਿੱਚ ਉਹ ਕੰਮ ਕਰ, ਆਪਣੇ ਮਨ ਵਿੱਚ ਗੋਪਾਲ ਦੀ ਯਾਦ ਵਸਾ। ਜਦੋਂ ਤੂੰ ਗੋਪਾਲ ਦੀ ਯਾਦ ਮਨ ਵਿੱਚ ਵਸਾਵੇਂਗਾ ਤਾਂ ਗੋਪਾਲ ਵੱਲੋਂ ਵੱਜੀ ਹੋਈ ਗੰਢ ਖੁੱਲ ਜਾਏਗੀ। ਜਿਹੜੀ ਗੰਢ ਵੱਜੀ ਸੀ ਨਾ, ਤੇਰੀ ਦੂਰੀ ਬਣਾਈ ਹੋਈ ਸੀ, ਫਿਰ ਇਹ ਗੱਲ ਵਿਸ਼ਵਾਸ ਰੱਖੀ, ਜਦੋਂ ਗੰਢ ਖੁੱਲ ਜਾਏਗੀ ਤਾਂ ਫਿਰ ਤੈਨੂੰ ਕੋਈ ਕਮੀ ਨਹੀਂ ਹੋਏਗੀ,
कोई घाटा नहीं पवेगा। वो है लाहा साच न आवे टोटा। फिर कहते भी भरोसा रखी भी कदी भी तेनों फिर घाटा नहीं पवेगा। क्यों? ਜਦੋਂ ਇਹ ਗੰਢ ਖੁੱਲ ਗਈ ਫਿਰ ਨਾਮ ਉਹਦੇ ਚ ਰੰਗਿਆ ਗਿਆ, ਗੋਪਾਲ ਦਾ ਨਾਮ ਮਨ ਦੀ ਪੱਟੀ ਤੇ ਲਿਖਿਆ ਗਿਆ। ਫਿਰ ਉਹ ਦੁਨੀਆ ਦੀ ਪਰਵਾਹ ਨਹੀਂ ਕਰਦਾ, ਫਿਰ ਉਹਨੂੰ ਲੋਕ ਲਾਜ ਦੀ ਪਰਵਾਹ ਵੀ ਨਹੀਂ ਹੁੰਦੀ, ਫਿਰ ਉਹਨੂੰ ਦੁਬਦਾ ਅੰਦਰੋਂ ਖਤਮ ਹੋ ਜਾਂਦੀ ਹੈ। ਉਹਨੂੰ ਫਿਰ ਕੀ ਭਰੋਸਾ ਬਣ ਜਾਂਦਾ ਹੈ? ਕਹਿੰਦਾ ਮੇਰਾ ਮਨ ਤਾਂ ਉਸ ਪ੍ਰੀਤਮ ਦੇ ਵਿੱਚ ਰੰਗਿਆ ਜਾਵੇ, ਉਸ ਸੱਚੇ ਦੇ ਨਾਲ ਆਪਣੀ ਲਿਵ ਨੂੰ ਜੋੜ ਲੈਣੀ। ਲੋਕਾਂ ਦਾ ਉਹਦਾ ਕੋਈ ਪਰਵਾਹ ਨਹੀਂ, ਲੋਕੀ ਕੀ ਕਹਿੰਦੇ ਨੇ, ਲੋਕੀ ਜੋ ਮਰਜ਼ੀ ਕਹੀ ਜਾਣ। ਜੇ ਮੈਂ ਕਹਿੰਦੇ ਉਸ ਪ੍ਰੀਤਮ ਨੂੰ ਚੰਗਾ ਲੱਗ ਜਾਵਾਂ, ਗੋਪਾਲ ਦਾ ਨਾਮ ਮੇਰੀ ਪੱਟੀ 'ਚ ਲਿਖ ਕੇ ਮੇਰੇ ਮਨ ਦੀ ਉਹ ਗੱਲ ਖੋਲ ਦੇਵੇ, ਤਾਂ ਮੈਂ ਲੋਕਾਂ ਦੀ ਪਰਵਾਹ ਕੀ ਕਰਦਾ, ਲੋਕੀ ਜੋ ਮਰਜ਼ੀ ਕਹੀ ਜਾਣ। ਜਦ ਤੱਕ ਜ਼ਿੰਦਗੀ ਦਾ ਮੇਰਾ ਪ੍ਰਾਣ ਸਵਾਸ ਹੈ, ਮੈਂ ਉਹਨੂੰ ਧਿਆਉਣਾ ਹੈ। ਇਹ ਹੈ ਅਸਲੀ ਗੱਲਬਾਤ। ਜਿਹੜਾ ਲਾਹਾ ਹੈ, ਜ਼ਿੰਦਗੀ ਦੇ ਜਦ ਤੱਕ ਪ੍ਰਾਣ ਚੱਲਦੇ ਹਨ, ਤੇ ਲਾਹਾ ਹੈ ਕੀ ਹੈ? ਹਰੀ ਦੇ ਗੁਣਾਂ ਨੂੰ ਗਾਉਣਾ। ਇਹ ਲਾਹਾ ਖੱਟਣਾ ਹੈ। ਜੇ ਮਿਲ ਜਾਏ ਤਾਂ ਸੁੱਖ ਮਿਲਦਾ ਹੈ, ਆਤਮਕ ਆਨੰਦ ਮਿਲਦਾ ਹੈ, ਖੁਸ਼ੀ ਮਿਲਦੀ ਹੈ, ਖੇੜਾ ਮਿਲਦਾ ਹੈ। ਇਹ ਵਾਹਿਗੁਰੂ ਜੀ ਤੇਰੀ ਸਿਮਰਨ ਦੀ ਦਾਤ, ਤੇਰੀ ਪਿਆਰ ਦੀ ਯਾਦ ਅਸਲੀ ਕਾਰ ਹੈ, ਅਸਲੀ ਲਾਹਾ ਹੈ। ਤੇਰੇ ਅੱਗੇ ਬੇਨਤੀ ਹੈ ਮੇਰੀ, ਮੈਨੂੰ ਉਹ ਦੇ, ਮੇਰੀ ਝੋਲੀ ਵਿੱਚ ਪਾ, ਉਹ ਦਾਤ ਮੈਨੂੰ ਦੇ, ਕਿਉਂਕਿ ਲਾਹਾ ਸਾਚ ਇਹ ਲਾਹਾ ਹੈ। ਤੇ ਮੈਂ ਤੇਰੇ ਸਿਫਤ ਸਲਾਹ ਕਰਦਾ ਹੋਇਆ ਹੀ ਜਿੰਦਾ ਰਵਾਂ, ਪਰ ਮੇਰੀ ਜ਼ਿੰਦਗੀ ਦਾ ਆਸਰਾ ਕੇਵਲ ਤਾਂ ਕੇਵਲ ਤੂੰ ਹੀ ਬਣਿਆ ਰਵੇਂ। ਬਸ ਇਹ ਜਦੋਂ ਇਹ ਪਾਂਡੇ ਗੋਪਾਲ ਦਾ ਨਾਮ ਮਨ ਦੀ ਪੱਟੀ ਤੇ ਲਿਖ ਕੇ ਭਰੋਸਾ ਪੈਦਾ ਕਰ, ਅੰਦਰ ਦੁਬਦਾ ਚੋਂ ਨਿਕਲ, ਇਹਦੇ ਚੋਂ ਨਿਕਲ, ਉਹਦੇ ਦਰ ਦਾ ਸੇਵਕ ਬਣ, ਉਹਦੇ ਦਰ ਦਾ ਸੇਵਕ ਬਣ, ਤੇ ਤੇਰੇ ਦਰਦ ਨੂੰ ਉਹ ਜਾਣੇਗਾ। ਫਿਰ ਇਹ ਗੱਲ ਖਿਆਲ ਕਰੀ ਕਿ ਜਦੋਂ ਤੂੰ ਭਗਤੀ ਕਰੇਗਾ, ਉਸ ਭਗਤੀ ਦੇ ਨਾਲ ਤੇਰੀ ਤੇ ਉਹਦੀ ਸਾਂਝ ਬਣੇਗੀ। ਤੇਰੇ ਅੰਦਰ ਦੇ ਦਰਦ ਜਿਹੜੇ ਇਹਦੀ ਗੰਢਾਂ ਹਨ ਖੁੱਲ ਜਾਣਗੀਆਂ, ਅੰਦਰ ਦੀਆਂ ਦਰਦ ਦੀਆਂ ਗੰਢਾਂ, ਜਿਹੜੀਆਂ ਚਿੰਤਾ ਤੇ ਫਿਕਰ ਦੀਆਂ ਗੰਢਾਂ ਨੇ, ਇਹ ਵੀ ਖੁੱਲ ਜਾਣਗੀਆਂ। ਗੁਰੂ ਨਾਨਕ ਪਾਤਸ਼ਾਹ ਦਾ ਇੱਕ ਬਚਨ ਆਉਂਦਾ ਆਸਾ ਰਾਗ ਵਿੱਚ, ਮਨ ਰਾਤੋਂ ਹਰ ਨਾਏ ਸੱਚ ਵਿਖਾਣਿਆ। ਬਹੁਤ ਪਿਆਰਾ ਬਚਨ ਹੈ ਗੁਰੂ ਪਾਤਸ਼ਾਹ ਜੀ ਦਾ। ਮਨ ਰਾਤੋਂ ਹਰ ਨਾਏ ਸੱਚ ਵਿਖਾਣਿਆ, ਲੋਕਾਂ ਦਾ ਕਿਆ ਜਾਏ ਜਾਂ ਤੁਧ ਭਾਣਿਆ। ਲੋਕਾਂ ਦਾ ਕੀ ਹੈ? ਜੋ ਮਰਜ਼ੀ ਕਹੀ ਜਾਣ। ਕਹਿੰਦੇ ਨੇ ਜੋ ਲਗ ਜੀ ਪ੍ਰਾਨ ਸੱਚ ਧਿਆਈਐ, ਲਾਹਾ ਹਰ ਗੁਣ ਗਾਏ ਮਿਲੈ ਸੁਖ ਪਾਈਐ। ਲਾਹਾ ਕੀ ਹੈ? ਹਰੀ ਦੇ ਗੁਣਾਂ ਨੂੰ ਗਾਉਣਾ, ਇਹੋ ਹੀ ਲਾਹਾ ਹੈ ਨਾ। ਫਿਰ ਇਹ ਐਸਾ ਲਾਹਾ ਹੈ ਕਿਹੜਾ? ਸੱਚੀ ਤੇਰੀ ਕਾਰ ਦੇ ਦਿਆਲ ਤੂੰ। ਫਿਰ ਕਹਿੰਦੇ ਨੇ ਹੋ ਜੀਵਾਂ ਤੁਧ ਸਲਾਹੇ ਮੈਂ ਟੇਕ ਆਧਾਰ ਤੋਂ। ਮੈਂ ਤੇਰੀ ਸਲਾਹ ਕਰਕੇ, ਸਿਫਤ ਸਲਾਹ ਕਰਕੇ ਜੀਵਾਂ, ਮੇਰੀ ਜ਼ਿੰਦਗੀ ਦਾ ਆਸਰਾ ਤੂੰ ਬਣ ਜਾਵੇ। ਦਰ ਸੇਵਕ ਦਰਵਾਨ ਦਰਦ ਤੂੰ ਜਾਣਹੀ, ਭਗਤ ਤੇਰੀ ਹੈਰਾਨ ਦਰਦ ਗਵਾਵਹੀ। ਭਗਤੀ ਤੇਰੀ ਹੈਰਾਨ ਕਰ ਦੇਣ ਵਾਲੀ ਹੈ, ਸਾਰੇ ਦਿਲਾਂ ਦੇ ਦਰਦ ਮੁਕਾ ਦੇਣ ਵਾਲੀ ਹੈ, ਦਿਲਾਂ ਦੇ ਗੰਢਾਂ ਖੋਲ ਦਿੰਦੀ ਹੈ। ਇਹ ਮੇਰੇ ਮਾਲਕਾ ਸੱਚੀ ਤੇਰੀ ਕਾਰ ਦੇ ਦਿਆਲ ਤੂੰ, ਇਹ ਮੈਨੂੰ ਦੇ, ਇਹ ਮੇਰੀ ਝੋਲੀ ਦੇ ਵਿੱਚ ਪਾ। ਇਹ ਐਸੀ ਤੇਰੀ ਸਿਫਤ ਸਲਾਹ ਮੈਨੂੰ ਮਿਲ ਜਾਏ। ਇਹ ਲਾਹਾ ਐਸਾ ਹੈ ਜਿਹੜਾ ਕਦੀ ਘਾਟਾ ਨਹੀਂ ਹੈ, ਜਿੱਥੇ ਨਫਾ ਹੀ ਨਫਾ ਹੈ। ਦੁਨੀਆ ਦੇ ਵਪਾਰਾਂ ਵਿੱਚ ਘਾਟਾ ਪੈ ਸਕਦਾ, ਲੇਕਿਨ ਇਸ ਵਪਾਰ ਵਿੱਚ ਘਾਟਾ ਨਹੀਂ ਪੈ ਸਕਦਾ। ਇਹ ਤਾਂ ਲਾਹਾ ਹੀ ਹੈ। ਤੇ ਸਤਿਗੁਰੂ ਜੀ ਕਹਿੰਦੇ, ਇਹ ਪਾਂਡੇ ਆਪਣੇ ਮਨ ਵਿੱਚ ਗੋਪਾਲ ਦਾ ਸਿਮਰਨ ਕਰ, ਉਹਦੇ ਕੰਮ ਨੂੰ ਸੰਭਾਲ। ਉਹ ਗੁਰ ਸ਼ਬਦੀ ਘਰ ਕਾਰਜ ਸਾਰ। ਗੁਰ ਸ਼ਬਦੀ, ਗੁਰੂ ਦੇ ਸ਼ਬਦ ਨਾਲ ਕੀ ਕਰ? ਘਰ ਕਾਰਜ ਸਾਰ। ਆਪਣੇ ਘਰ ਵਿੱਚ, ਆਪਣੇ ਮਨ ਵਿੱਚ ਕਾਰਜ ਸਾਰ। ਕਿਹੜਾ ਕਾਰਜ ਸਾਰ? ਸਾਰ ਦਾ ਅਰਥ ਸੰਭਾਲ। ਇਹ ਗੱਲ ਸੰਭਾਲ, ਇਹ ਕੰਮ ਸੰਭਾਲ। ਕਿਹੜਾ? ਆਪਣੇ ਮਨ ਵਿੱਚ ਗੋਪਾਲ ਦੇ ਨਾਮ ਸਿਮਰਨ ਕਰਨ ਦਾ, ਨਾ ਕਿ ਦੁਬਦਾ ਵਿੱਚ ਪੈ ਕੇ ਇਹਦੀਆਂ ਮੂਰਤੀਆਂ ਬਣਾ ਕੇ ਉਹਨਾਂ ਦੇ ਨਾਮ ਆਪਣੀਆਂ ਪੱਟੀਆਂ ਤੇ ਲਿਖਦਾ। ਫਿਰ ਇਸ ਤਰ੍ਹਾਂ ਤੇਰੀ ਗੋਪਾਲ ਤੋਂ ਬਣੀ ਹੋਈ ਗੰਢ ਜਿਹੜੀ ਹੈ ਖੁੱਲ ਜਾਏਗੀ, ਤੇ ਫਿਰ ਸਾਰੇ ਪਾਸੇ ਤੈਨੂੰ ਕਦੀ ਵੀ ਘਾਟਾ ਨਹੀਂ ਪਵੇਗਾ। ਲਾਹਾ ਸਾਚ ਨਾ ਆਵੇ ਟੋਟਾ। ਇਹ ਕਦੀ ਟੂਟਾ ਨਹੀਂ ਆਏਗਾ, ਕਦੀ ਕਮੀ ਨਹੀਂ ਆਏਗੀ, ਕਿਉਂਕਿ ਉਹਦੇ ਭਰੇ ਭੰਡਾਰ ਨੇ, ਉਹਦੇ ਭੰਡਾਰਾਂ 'ਚ ਕਦੀ ਕਮੀ ਆਉਂਦੀ ਨਹੀਂ। ਤੋ ਸਾਹਿਬ ਜੀ ਫਿਰ ਕਹਿੰਦੇ, ਤੇਰੇ ਭਵਨ ਠਾਕੁਰ
ਪ੍ਰੀਤਮ ਮੋਟਾ। ਵੀ ਤੇਰੇ ਭਵਨ ਤਿੰਨਾਂ ਭਵਨਾਂ ਵਿੱਚ, ਭਾਵ ਹਰ ਥਾਂ ਤੇ। ਹੇ ਪਾਂਡੇ, ਗੋਪਾਲ ਦਾ ਨਾਮ, ਪ੍ਰਭੂ ਦਾ ਨਾਮ ਕੀ ਹੈ? ਇਹ ਸਦਾ ਕਾਇਮ ਰਹਿਣ ਵਾਲਾ ਹੈ, ਸਾਚ ਹੈ। ਇਹ ਜਿਹਦੇ ਨਾਲ ਕਦੀ ਕਮੀ ਵੀ ਨਹੀਂ ਆਉਂਦੀ, ਨਫਾ ਬਣਿਆ ਰਹਿੰਦਾ ਹੈ, ਪ੍ਰੋਫਿਟ ਹੋਇਆ ਰਹਿੰਦਾ ਹਰ ਵੇਲੇ। ਤੇ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਹੈ, ਤ੍ਰਿਭਵਨ ਠਾਕੁਰ ਪ੍ਰੀਤਮ ਮੋਟਾ। ਮੋਟਾ ਤਾਂ ਵੱਡਾ, ਵੱਡਾ, ਬਹੁਤ ਬੇਅੰਤ ਮਾਲਕ। ਕਹਿੰਦੇ ਦੇਖ, ਤੈਨੂੰ ਭਰੋਸਾ ਹੋ ਜਾਏਗਾ ਤੇ ਸਾਰੇ ਜਗਤ ਦਾ ਵੱਡਾ ਮਾਲਕ ਪ੍ਰੀਤਮ ਪ੍ਰਭੂ ਫਿਰ ਤੇਰੇ ਸਿਰ ਉੱਤੇ ਸਹਾਈ ਹੋਏਗਾ। ਤੈਨੂੰ ਦਿਸੇਗਾ ਮੇਰੇ ਨਾਲ ਹੈ, ਉਹ ਮੇਰੇ ਨਾਲ ਹੈ, ਮੇਰਾ ਸਹਾਈ ਹੈ, ਤੇਰਾ ਮਿੱਤਰ ਬਣ ਜਾਏਗਾ, ਤੇਰਾ ਸਖਾ ਬਣ ਜਾਏਗਾ, ਤੇਰੇ ਨਾਲ ਸੰਬੰਧ ਬਣ ਜਾਏਗਾ, ਤੇਰੇ ਨਾਲ ਉਹਦੀ ਨੇੜਤਾ ਬਣ ਜਾਏਗੀ। ਹੇ ਬਾਂਡੇ, ਉਹਨੂੰ ਛੱਡ ਕੇ ਕਿੱਥੇ ਜਾਏਗਾ? ਉਹ ਤੈਨੂੰ ਤਾਰਨ ਵਾਲਾ ਹੈ, ਤੈਨੂੰ ਰੱਖਣ ਵਾਲਾ ਹੈ। ਭਰੋਸਾ ਰੱਖ, ਜਦੋਂ ਉਹਦਾ ਨਾਮ ਜਪੇਗਾ ਤੇਰੇ ਸਾਰੀਆਂ ਗੰਢਾਂ ਖੁੱਲ ਜਾਣਗੀਆਂ, ਸਾਰੇ ਡਰ ਦੂਰ ਹੋ ਜਾਣਗੇ, ਚਿੰਤਾ ਫਿਕਰ ਮੁੱਕ ਜਾਣਗੇ, ਤੇ ਉਹਦੀ ਕਿਰਪਾ ਦੇ ਨਾਲ ਮਾਇਕ ਬੰਧਨਾਂ ਤੋਂ ਤੇਰਾ ਛੁਟਕਾਰਾ ਹੋ ਜਾਏਗਾ, ਮਾਇਕ ਬੰਧਨਾਂ ਤੋਂ ਛੁੱਟ ਜਾਏਗਾ। ਜਦੋਂ ਤੇਰੀ ਉਹ ਗੰਢਾਂ ਖੁੱਲ ਗਈਆਂ, ਤੇਰੀ ਜ਼ਿੰਦਗੀ ਵਿੱਚ ਦੁੱਖਾਂ ਦਾ ਨਾਮ ਨਹੀਂ ਹੋਏਗਾ, ਸਭ ਸੁੱਖ ਹੀ ਹੈ ਰਿੱਝ ਸੁਭਾਅ ਬਣ ਜਾਏਗਾ, ਅੰਦਰ ਸੁੱਖ ਹੀ ਸੁੱਖ ਲੱਗੇਗਾ, ਚਿੰਤਾ ਮੁੱਕ ਜਾਣਗੀਆਂ, ਹੰਕਾਰ ਖਤਮ ਹੋ ਜਾਏਗਾ, ਔਰ ਦੇਖੀ ਤੇਰੇ ਬਰਾਬਰ ਹੋਰ ਕੋਈ ਪਹੁੰਚ ਵੀ ਨਹੀਂ ਸਕਦਾ, ਫਿਰ ਐਡਾ ਵੱਡਾ ਹੋ ਜਾਏਗਾ। ਦੁਬਦਾ ਚੋਂ ਨਿਕਲ। ਜੇ ਇਹ ਵੀ ਭਰੋਸਾ ਰੱਖੀ, ਜਿਸ ਦੇ ਸਿਰ ਦੇ ਉੱਤੇ ਆ ਕੇ ਗੁਰੂ ਖੜਾ ਹੋ ਜਾਏ, ਉਹਦੀ ਜ਼ਿੰਦਗੀ ਦੇ ਹਰ ਕਾਰਜ ਪੂਰੇ ਹੁੰਦੇ ਹਨ। ਉਥੇ ਤੂੰ ਕਰਕੇ ਤਾਂ ਦੇਖ। ਸਤਿਗੁਰੂ ਜੀ ਸੁਖਮਨੀ ਦੀ ਬਾਣੀ ਚ ਕਹਿੰਦੇ ਨੇ, ਸਤਿਗੁਰੂ ਪਾਤਸ਼ਾਹ 292 ਅੰਕ ਦੇ ਉੱਤੇ ਕਹਿੰਦੇ ਨੇ, ਤਿਸ ਤੇ ਦੂਰ ਕਹਾਂ ਕੋ ਜਾਏ, ਉਭਰੈ ਰਾਖਨ ਹਾਰ ਤੇ ਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੂਖ, ਚਿੰਤਾ ਜਾਏ ਮਿਟੇ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਨਹਾਰ। ਤੇ ਅੱਗੇ ਕੀ ਹੈ? ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਜਿਹਦੇ ਸਿਰ ਤੇ ਗੁਰੂ ਰਖਵਾਲਾ ਹੋ ਗਿਆ, ਜਿਹਦੇ ਸਿਰ ਤੇ ਗੁਰੂ ਖੜਾ ਹੋ ਗਿਆ, ਗੁਰੂ ਰਾਖਾ ਬਣ ਗਿਆ, ਫਿਰ ਉਹਦੀ ਜ਼ਿੰਦਗੀ ਦਾ ਹਰ ਕਾਰਜ ਜਿਹੜਾ ਹੈ ਉਹ ਪੂਰਾ ਹੋ ਜਾਏਗਾ। ਇਸ ਵਾਸਤੇ ਇਹ ਪਾਂਡੇ, ਆਪਣੇ ਮਨ ਦੀ ਪੱਟੀ ਦੇ ਉੱਤੇ ਗੋਪਾਲ ਦਾ ਨਾਮ ਲਿਖ, ਤੇ ਗੋਪਾਲ ਦਾ ਨਾਮ ਲਿਖ ਕੇ ਹੀ ਤੂੰ ਉਸ ਪਰਮੇਸ਼ਰ ਦੇ ਦਰ ਦੇ ਉੱਤੇ ਸੁਰਖਰੂ ਹੋ ਸਕਦਾ ਹੈ। ਅੱਜ ਦੀ ਇਸ ਪੌੜੀ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਨੇ, ਜਿੱਥੇ ਆਦਰ ਭਾਵਨਾ ਵਾਲਾ ਬੋਲ ਹੋਵੇ, ਪਿਆਰ ਵਾਲਾ ਬੋਲ ਹੋਵੇ, ਜਿੱਥੇ ਆਪਸੀ ਮੁਹੱਬਤ ਹੋਵੇ, ਉੱਥੇ ਪ੍ਰੇਮ ਨਹੀਂ ਟੁੱਟਦਾ, ਉੱਥੇ ਨੀ ਜਿਹੜਾ ਹੈ ਕਦੀ ਟੁੱਟਦਾ ਨਹੀਂ ਹੈ। ਪਰ ਜਿੱਥੇ ਦੁਬਦਾ ਹੋਵੇ, ਉੱਥੇ ਕਦੀ ਨਿਭਦਾ ਨਹੀਂ ਹੈ। ਦੋਨੇ ਗੱਲਾਂ ਗੁਰੂ ਪਾਤਸ਼ਾਹ ਨੇ ਸਾਨੂੰ ਦੱਸੀਆਂ ਨੇ, ਵੀ ਜੇ ਗੁਰੂ ਦਾ ਭੈ ਭਾਵ ਵਿੱਚ ਟਿਕ ਕੇ, ਭੈ ਭਾਵਨੀ ਵਿੱਚ ਟਿਕ ਕੇ ਅਸੀਂ ਪ੍ਰੇਮ ਨਾਲ ਬੋਲਣ ਦੀ ਜਾਚ ਸਿੱਖਾਂਗੇ, ਮਿੱਠਾ ਬੋਲਣ ਦੀ ਜਾਚ ਸਿੱਖਾਂਗੇ, ਦੁਬਦਾ ਤਿਆਗ ਕੇ ਗੁਰੂ ਦੇ ਵੱਲ ਤੁਰਨ ਦੀ ਜਾਚ ਸਿੱਖਾਂਗੇ, ਤਾਂ ਸਾਡਾ ਗੁਰੂ ਨਾਲ ਅਟੁੱਟ ਰਿਸ਼ਤਾ ਬਣ ਜਾਏਗਾ, ਅਟੁੱਟ ਰਿਸ਼ਤਾ ਬਣਿਆ ਰਹੇਗਾ। ਇਸ ਦੇ ਉਲਟ ਦੁਰਮਤ ਦੀ ਗੱਲ ਕਰਾਂਗੇ ਤੇ ਛੁੱਟੜ ਇਸਤਰੀ ਵਾਂਗੂ ਜਿਹੜੀ ਘਰ ਘਰ ਵਿੱਚ ਜਿਹੜੀ ਤੁਰੀ ਫਿਰਦੀ ਹੈ, ਉਹਨੂੰ ਪਤੀ ਵੀ ਜਿਹੜਾ ਹੈ ਛੱਡ ਦਿੰਦਾ ਹੈ, ਉਹਦਾ ਗੁਰੂ ਨਾਲ ਸੰਬੰਧ ਜਿਹੜਾ ਨਹੀਂ ਜੁੜਦਾ, ਗੁਰੂ ਵੀ ਉਹਨੂੰ ਮੂੰਹ ਨਹੀਂ ਲਾਉਂਦਾ। ਇਹੋ ਜਿਹੇ ਜਿਹੜਾ ਥਾਂ ਥਾਂ ਤੇ ਝੁਕ ਜਾਏ, ਉਹਨੂੰ ਗੁਰੂ ਵੀ ਮੂੰਹ ਨਹੀਂ ਜੇ ਲਾਉਂਦਾ। ਖਿਆਲ ਕਰਨਾ, ਜਿਹਦੇ ਅੰਦਰ ਦੁਬਦਾ ਹੀ ਬਣੀ ਹੋਈ ਹੈ, ਵੀ ਆਹ ਵੀ ਕਰ ਲਵਾਂ ਤੇ ਆਹ ਵੀ ਕਰ ਲਵਾਂ, ਮੱਥਾ ਵੀ ਟੇਕ ਲਵਾਂ ਤੇ ਆਹ ਵੀ ਦੀਵੇ ਜਗਾ ਲਵਾਂ, ਮੱਥਾ ਟੇਕ ਲਵਾਂ, ਵਰਤ ਵੀ ਰੱਖ ਲਵਾਂ, ਮੱਥਾ ਵੀ ਟੇਕ ਲਵਾਂ, ਤੇ ਮੈਂ ਦੂਜੇ ਨਰਾਤੇਰ ਵੀ ਕਰ ਲਵਾਂ, ਫਿਰ ਗੁਰੂ ਦੇ ਨਾਲ ਦੁਬਦਾ ਹੈ। ਇਹਦੇ ਨਾਲ ਮੁਹੱਬਤ ਨਹੀਂ ਲੱਗਦੀ, ਗੁਰੂ ਮੂੰਹ ਨਹੀਂ ਲਾਉਂਦਾ। ਫਿਰ ਲੋਕ ਪ੍ਰਲੋਕ ਦੇ ਸੁੱਖਾਂ ਤੋਂ ਵਾਂਝੇ ਹੋ ਜਾਈਦਾ ਹੈ ਜੇ ਅਸੀਂ ਇਸ ਪਾਸੇ ਦੁਬਦਾ ਦੇ ਵਿੱਚ ਫਸੇ ਰਹਾਂਗੇ, ਆਵਾਗਮਨ ਦੇ ਭਾਗੀਦਾਰ ਬਣ ਜਾਵਾਂਗੇ। ਸਿਧਾਂਤ ਇਹੋ ਹੀ ਹੈ, ਗੁਰੂ ਸ਼ਬਦ ਦੀ ਵਿਚਾਰ ਕਰੀਏ, ਗੁਰੂ ਨਾਲ ਸਾਡੀ ਸੱਚੀ ਕੈਮਰਾ ਵਾਲੀ, ਸਦਾ ਕੈਮਰਾ ਵਾਲੀ ਪ੍ਰੀਤ ਜਿਹੜੀ ਹੈ ਉਹ ਬਣੀ ਰਵੇ, ਨਿਭੀ ਰਵੇ। ਪਰ ਉਹ ਤਾਂ ਜੇ ਮਨ ਵਿੱਚ ਦੁਬਦਾ ਦੂਰ ਕਰਕੇ ਹੀ
ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਾਂਗੇ। ਦੁਬਿਧਾ ਦੂਰ ਕਰੋ ਲਿਵਲਾਏ ਦੀ ਗੱਲ ਜਿਹੜੀ ਹੈ ਉਹਨੂੰ ਆਪੇ ਪੱਲੇ ਬੰਨਾਂਗੇ। ਉਹ ਹੋਣੀ ਤਾਂ ਹੀ ਹੈ ਜੇ ਮਿਲ ਬੈਠ ਕੇ ਗੁਰੂ ਸੰਗਤ ਵਿੱਚ ਗੁਰੂ ਸ਼ਬਦ ਦੀ ਵਿਚਾਰ ਤੇ ਸ਼ਬਦ ਦੇ ਜੀਵਨ ਨਾਲ ਆਪਣਾ ਜੀਵਨ ਅਸੀਂ ਸਵਾਰੀਏ, ਤਾਂ ਹੀ ਸਾਡਾ ਲੋਕ ਪਰਲੋਕ ਸੁਹੇਲਾ ਹੋਏਗਾ ਜੀ। ਭੁੱਲ ਚੁੱਕ ਦੀ ਖਿਮਾ, ਪਿਆਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।